ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅਚਿੰਤ ਕੌਰ ਆਪ ਸਾਰਿਆਂ ਨੂੰ ਸਿੱਖੀ ਸਿੱਖਿਆ ਗੁਰ ਵਿਚਾਰ ਦੇ ਸ਼ੋਅ ਵਿੱਚ ਜੀ ਆਇਆਂ ਨੂੰ ਆਖਦੀ ਹਾਂ। ਪਿਛਲੇ ਐਪੀਸੋਡ ਵਿੱਚ ਅਸੀਂ ਗੁਰਦੁਆਰੇ ਦੇ ਕਨਸੈਪਟ ਬਾਰੇ ਡਿਸਕਸ ਕੀਤਾ ਸੀ। ਉਸੇ ਵਿਸ਼ੇ ਨੂੰ ਅੱਗੇ ਤੋਰਦੇ ਹੋਏ ਅੱਜ ਜਸਮੀਤ ਸਿੰਘ ਜੀ ਅਤੇ ਕੁਲਵਿੰਦਰ ਕੌਰ ਜੀ ਸਾਡੇ ਸਟੂਡੀਓ ਵਿੱਚ ਮੌਜੂਦ ਨੇ। ਮੈਂ ਉਹਨਾਂ ਦਾ ਸਵਾਗਤ ਕਰਨੀ ਹਾਂ। ਪਿਛਲੇ ਐਪੀਸੋਡ ਵਿੱਚ ਅਸੀਂ ਗੁਰਦੁਆਰੇ ਦੇ ਮੂਲ ਸਿਧਾਂਤਾਂ ਬਾਰੇ ਕੁਝ ਗੱਲ ਕੀਤੀ ਸੀ, ਵਿਚਾਰ ਕੀਤੇ ਸੀ ਤੇ ਵੀਰ ਜੀ ਤੁਸੀਂ ਦੱਸਿਆ ਸੀ ਕਿ ਮਹਾਨ ਕੋਸ਼ ਵਿੱਚ ਇਹ ਬੋਲਿਆ ਗਿਆ ਹੈ ਕਿ ਗੁਰਦੁਆਰਾ ਇੱਕ ਸਫਾਖਾਨਾ ਹੈ, ਯਾਨੀ ਕਿ ਦਵਾਖਾਨਾ। ਤੇ ਇਸ ਦਾ ਕੀ ਮਤਲਬ ਹੈ ਕਿ ਸਿੱਖਾਂ ਨੂੰ ਤੇ ਦਵਾਖਾਨਾ ਜਾਣ ਦੀ ਲੋੜ ਹੀ ਨਹੀਂ ਹੈ, ਉਹਨਾਂ ਵਾਸਤੇ ਸਾਰੇ ਰੋਗ ਗੁਰਦੁਆਰੇ ਆ ਕੇ ਹੀ ਠੀਕ ਹੋ ਜਾਣਗੇ? ਤੁਹਾਡਾ ਪਹਿਲਾ ਸਵਾਲ ਬੜਾ ਕੀਮਤੀ ਹੈ। ਇਹ ਇੱਕ ਭੁਲੇਖਾ ਕੇਵਲ ਸਿੱਖ ਸਮਾਜ ਦੇ ਵਿੱਚ ਹੀ ਨਹੀਂ, ਬਾਕੀ ਮਤਾਂ ਵਿੱਚ ਵੀ ਅਸੀਂ ਦੇਖ ਸਕਦੇ ਹਾਂ। ਗੁਰੂ ਅੰਗਦ ਪਾਤਸ਼ਾਹ ਦਾ ਇੱਕ ਬੜਾ ਕੀਮਤੀ ਬਚਨ ਹੈ, ਰੋਗ ਦਾਰੂ ਦੋਵੇਂ ਬੁਝੇ ਤਾਂ ਵੈਦ ਸੁਜਾਨ। ਸਿਆਣਾ ਵੈਦ ਸੁਜਾਨ ਵੈਦ ਉਹ ਹੈ ਜੋ ਪਹਿਲੇ ਰੋਗ ਦੀ ਪਹਿਚਾਨ ਕਰ ਲੇ, ਰੋਗ ਦੀ ਪਹਿਚਾਨ ਕਰਕੇ ਉਸ ਅਨੁਸਾਰ ਫਿਰ ਦਵਾਈ ਦੇ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਸਾਡੇ ਸਾਰੇ ਬਿਮਾਰੀਆਂ ਦਾ ਹੱਲ, ਬਲਕਿ ਭਾਈ ਗੁਰਦਾਸ ਆਪ ਜ਼ਿਕਰ ਕਰਦੇ ਨੇ ਸਤਿਗੁਰ ਪੂਰਾ ਵੈਦ ਹੈ। ਪਰ ਉਹ ਕਿਹੜੇ ਰੋਗ ਦੂਰ ਕਰਦਾ ਹੈ? ਪੰਜੇ ਰੋਗ ਅਸਾਧ ਨਿਵਾਰੇ। ਸਾਡੀ ਜ਼ਿੰਦਗੀ ਦੇ ਵਿੱਚ ਜੋ ਕਾਮ ਦਾ ਰੋਗ ਹੈ, ਜੋ ਕ੍ਰੋਧ ਦਾ ਰੋਗ ਹੈ, ਜੋ ਅਹੰਕਾਰ ਦਾ, ਜੋ ਈਰਖਾ, ਜੋ ਜੈਲਸੀ ਦਾ ਰੋਗ ਹੈ, ਉਹ ਰੋਗ ਉਹ ਸੁਜਾਨ ਵੈਦ ਉਹ ਗੁਰੂ ਦੂਰ ਕਰਦਾ ਹੈ। ਪਰ ਹਾਂ, ਸਰੀਰਕ ਰੋਗ ਜੋ ਅੱਜ ਦੀ ਸਾਇੰਸ ਕਹਿੰਦੀ ਹੈ ਕਿ ਮੈਜੋਰਿਟੀ ਸਰੀਰਕ ਰੋਗ ਸਾਡੇ ਮੈਂਟਲ ਵੀਕਨੈਸ ਦੇ ਕਾਰਨ ਨੇ। ਗੁਰੂ ਸਾਨੂੰ ਮੈਂਟਲੀ ਸਟਰੋਂਗ ਕਰਦਾ ਹੈ। ਗੁਰੂ ਸਾਨੂੰ ਦੱਸਦਾ ਹੈ ਕਿ ਤੂੰ ਮੈਂਟਲੀ ਕਿਵੇਂ ਬਲਵਾਨ ਹੋ, ਤੂੰ ਕੀ ਖਾ ਕੀ ਨਾ ਖਾ, ਕੀ ਪਹਿਨ ਕੀ ਨਾ ਪਹਿਨ, ਤਾਂ ਕਿ ਤੈਨੂੰ ਸਰੀਰਕ ਨਾ ਲੱਗਣ। ਪਰ ਹਾਂ, ਜੇ ਤੈਨੂੰ ਸਰੀਰਕ ਰੋਗ ਲੱਗਣ ਤਾਂ ਲੋੜ ਹੈ ਦਵਾਖਾਨੇ ਦੀ। ਇੱਕ ਇਤਿਹਾਸ ਦੀ ਉਦਾਹਰਨ ਮੈਂ ਤੁਹਾਡੇ ਨਾਲ ਇੱਧਰ ਜ਼ਰੂਰ ਸਾਂਝੀ ਕਰਾਂ। ਗੁਰੂ ਅਰਜਨ ਸਾਹਿਬ ਨੇ ਤਰਨ ਤਾਰਨ ਦੇ ਇਲਾਕੇ ਵਿੱਚ ਦਵਾਖਾਨੇ ਤਿਆਰ ਕਰਵਾਏ। 6ਵਾਂ ਪਾਤਸ਼ਾਹ ਦਾ ਸਮਾਂ ਆਇਆ, ਉਹਨਾਂ ਦਾ ਹੋਰ ਵਿਸਤਾਰ ਹੋਇਆ। ਗੱਲ ਪਹੁੰਚੀ 7ਵੇਂ ਪਾਤਸ਼ਾਹ ਤੱਕ। ਉਸ ਵੇਲੇ ਦਾ ਗਵਰਨਰ ਦਾਰਾ ਸ਼ਿਕੋ ਬਿਮਾਰ ਪੈ ਗਿਆ। ਉਸ ਵੇਲੇ ਦੇ ਜਿਹੜੇ ਵੈਦ ਸੀ ਉਹਨਾਂ ਨੇ ਕਿਹਾ ਕਿ ਦਾਰਾ ਸ਼ਿਕੋ ਤੂੰ ਬੜਾ ਬਿਮਾਰ ਹੈ, ਪਰ ਹਾਂ ਜੇ ਇਹ ਜੜੀ ਬੂਟੀਆਂ ਇਹ ਦਵਾਈਆਂ ਦਾ ਪ੍ਰਬੰਧ ਕਰ ਲਿਆ ਜਾਏ ਤੂੰ ਬਚ ਸਕਦਾ ਹੈ। ਜੋ ਦਵਾਖਾਨਾ ਗੁਰੂ ਅਰਜਨ ਸਾਹਿਬ ਨੇ ਸ਼ੁਰੂਆਤ ਕਰਵਾਇਆ ਸੀ, ਗੁਰੂ ਹਰਿਰਾਏ ਪਾਤਸ਼ਾਹ ਨੇ ਉਹਨਾਂ ਦਾ ਇੰਨਾ ਵਿਸਤਾਰ ਕੀਤਾ। ਜੋ ਦਵਾਈਆਂ ਸ਼ਾਹੀ ਦਵਾਖਾਨੇ ਵਿੱਚ ਨਾ ਮਿਲੀਆਂ, ਉਹ ਦਵਾਈਆਂ ਗੁਰੂ ਹਰਿਰਾਏ ਪਾਤਸ਼ਾਹ ਦੇ ਦਵਾਖਾਨੇ ਵਿੱਚ ਸੀ। ਪਰ ਦੁਖਾਂਤ ਇਹ ਵਾਪਰਿਆ, ਅੱਜ ਸਾਨੂੰ ਕਿਹਾ ਜਾ ਰਿਹਾ ਤੁਸੀਂ ਸਮਾਧੀਆਂ ਲਾਓ, ਅੱਖਾਂ ਮੀਟੋ। ਪਤਾ ਨਹੀਂ ਸਾਨੂੰ ਕਿੰਨੇ ਪੁੱਤ ਇਸ ਤਰੀਕੇ ਨਾਲ ਅਸੀਂ ਮਾਰਤੇ ਨੇ ਕਿ ਸਮਾਧੀਆਂ ਲਾਈਆਂ, ਅੱਖਾਂ ਮੀਟੀਆਂ, ਤੁਹਾਡੇ ਸਰੀਰ ਦੇ ਰੋਗ ਦੂਰ ਹੋ ਜਾਣਗੇ। ਨਹੀਂ, ਗੁਰੂ ਤਾਂ ਕਹਿੰਦੇ ਕਾਲ ਨਾਹੀ ਜੋਗ ਨਾਹੀ, ਨਾਹੀ ਸਤ ਕਾ ਟੱਬ ਥਾਂ, ਨਿਸ਼ਟ ਜਗ ਭ੍ਰਿਸ਼ਟ ਹੋਏ ਡੂਬਦਾ ਜਗ, ਕਲ ਮੈਂ ਰਾਮ ਨਾਮ ਸਾਰ, ਅੱਖੀਂ ਤਾਂ ਮੀਟੇ ਨਾਕ ਪਕੜੈ ਠੱਗਣ ਕੋ ਸੰਸਾਰ। ਜੇ ਤੂੰ ਅੱਖਾਂ ਮੇਟ ਕੇ ਬੈਠਾ ਤੇ ਸੰਸਾਰ ਨੂੰ ਠੱਗਦਾ ਪਿਆ। ਜੇ ਤੈਨੂੰ ਸਰੀਰਕ ਰੋਗ ਹੋਇਆ ਤੈਨੂੰ ਦਵਾਈ ਦੀ ਲੋੜ ਹੈ। ਲੋੜ ਐਸੀ ਕਿ ਅਸੀਂ ਇਹੋ ਜਿਹੇ ਇੰਟਰਨੈਸ਼ਨਲ ਲੈਵਲ ਦੇ ਦਵਾਖਾਨੇ ਤਿਆਰ ਕਰਾਈਏ। ਦੁਖਾਂਤ ਸਾਡੇ ਗੁਰਦੁਆਰੇ ਦੇ ਵਿੱਚ ਉਹ ਵਿਸ਼ਨ ਤੇ ਉਹ ਮਿਸ਼ਨ ਨਹੀਂ ਹੈ। ਜਿਸ ਮਿਸ਼ਨ ਸਦਕਾ, ਜਿਸ ਵਿਜ਼ਨ ਸਦਕਾ ਅਸੀਂ ਇੰਟਰਨੈਸ਼ਨਲ ਲੈਵਲ ਦੇ ਦਵਾਖਾਨੇ ਤਿਆਰ ਕਰਾਈਏ ਤਾਂ ਕਿ ਦੁਨੀਆ ਦੀ ਅਸੀਂ ਸੇਵਾ ਕਰ ਸਕੀਏ। ਸਰੀਰਕ ਰੋਗਾਂ ਦਾ ਹੱਲ ਦਵਾਈਆਂ ਵਿੱਚ ਹੈ, ਪਰ ਹਾਂ ਸਤਿਗੁਰ ਪੂਰਾ ਵੈਦ ਹੈ। ਸਾਡੇ ਆਤਮਕ ਬਿਮਾਰੀਆਂ ਦਾ ਰੋਗ ਕੇਵਲ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਇੱਥੇ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਜਦੋਂ ਹਰਿਰਾਏ ਸਾਹਿਬ ਜੀ ਨੇ ਦਾਰਾ ਸ਼ਿਕੋ ਦਾ ਇਲਾਜ ਕੀਤਾ, ਜੋ ਕਿ ਹਕੂਮਤ ਨਾਲ ਜਿਸਨੇ ਟੱਕਰ ਹੋਈ ਸੀ ਖਿਲਾਫ ਹੀ ਸੀ, ਲੇਕਿਨ ਅੱਜ ਸਾਡਾ ਕੋਈ ਦੇਖੋ ਮੇਰਾ ਕੋਈ ਦੁਸ਼ਮਣ ਹੈ ਤੇ ਮੈਂ ਤਾਂ ਕਦੇ ਉਸਦੀ ਹੈਲਪ ਨਹੀਂ ਕਰ, ਮੈਂ ਆਪਣੀ ਗੱਲ ਕਰਾਂ ਤੇ ਅਸੀਂ ਕਹਿੰਦੇ ਨਹੀਂ ਉਸਨੇ ਮੇਰਾ ਬੁਰਾ ਕੀਤਾ, ਉਸਦਾ ਬੁਰਾ ਹੋਣ ਦਿਓ। ਲੇਕਿਨ ਹਰਿਰਾਏ ਸਾਹਿਬ ਜੀ ਨੇ ਦਾਰਾ ਸ਼ਿਕੋ ਨੂੰ ਵੀ ਮਤਲਬ ਦਵਾ ਦੇ ਕੇ ਇਸ ਗੱਲ ਨੂੰ ਕੀਤਾ। ਜਿਵੇਂ ਦੇਖਿਆ ਜਾਏ ਕਿ ਲੰਗਰ ਇੱਕ ਸਿੱਖ ਧਰਮ ਤੇ ਗੁਰਦੁਆਰੇ ਦਾ ਬਹੁਤ ਇੰਪੋਰਟੈਂਟ ਐਸਪੈਕਟ ਹੈ। ਮੇਰੇ ਨੌਨ ਸਿੱਖ ਫਰੈਂਡਸ ਵੀ ਕਈ ਵਾਰ ਕਹਿੰਦੇ ਨੇ ਕਿ ਤੁਹਾਡੇ ਗੁਰਦੁਆਰੇ ਦਾ ਲੰਗਰ ਤੇ ਇੱਕਦਮ ਵਧੀਆ ਹੁੰਦਾ ਹੈ ਤੇ ਉਹ ਵੀ ਇਤਨਾ ਇਸ ਨੂੰ ਚੈਰਿਸ਼ ਕਰਦੇ ਨੇ। ਲੇਕਿਨ ਤੁਹਾਨੂੰ ਇਹ ਨਹੀਂ ਲੱਗਦਾ ਕਿ ਅੱਜ ਕੱਲ੍ਹ ਦਾ ਲੰਗਰ ਸਿਰਫ ਭੁੱਖਿਆਂ ਲਈ ਅੰਨਪੂਰਨਾ ਨਾ ਹੋ ਕੇ ਹੁਣ ਪੀਜ਼ਾ, ਕੋਕ ਔਰ ਇਹ ਸਭ ਤੇ ਆ ਗਿਆ ਹੈ? ਇਹ ਵੀ ਇਹਦੇ 'ਚ ਵੀ ਕੁਝ ਸਾਡੀਆਂ ਹੀ ਗਲਤੀਆਂ ਨੇ ਨਾ। ਗੁਰੂ ਸਾਹਿਬਾਨ ਦੇ ਜਦੋਂ ਸਮੇਂ ਸੀ ਉਸ ਵੇਲੇ ਇੱਕਦਮ ਸਾਦੇ ਲੰਗਰ ਹੋਇਆ ਕਰਦੇ ਸਨ, ਦਾਲ ਪ੍ਰਸ਼ਾਦਾ ਫੁਲਕੇ। ਲੇਕਿਨ ਅੱਜ ਕੱਲ੍ਹ ਤੁਸੀਂ ਦੇਖੋ ਅਲੱਗ ਅਲੱਗ ਚੀਜ਼ਾਂ ਆ ਗਈਆਂ ਨੇ। ਔਰ ਅਸੀਂ ਲੋਕ ਵੀ, ਮੈਂ ਸੱਚੀ ਗੱਲ ਕਰਾਂ, ਅੱਜ ਅਗਰ 3 ਗੁਰਦੁਆਰਿਆਂ 'ਚ ਗੁਰਪੁਰਬ ਮਨਾਏ ਜਾਂਦੇ ਨੇ ਤੇ ਕਈ ਵਾਰੀ ਅਸੀਂ ਇੱਥੇ ਗੁਰਦੁਆਰੇ ਬੈਠ ਕੇ ਕਦੇ ਇਸ ਸੇਵਾ ਕਰਦੇ ਹੋਈਏ ਤੇ ਸਪੈਸ਼ਲ ਫੋਨਾਂ ਆਉਂਦੀਆਂ ਨੇ, ਗੁਰਦੁਆਰੇ ਵਿੱਚ ਫੋਨ ਆਉਂਦੀਆਂ ਨੇ ਕਿ ਇਸ ਗੁਰਦੁਆਰੇ ਦਾ ਮੀਨੂ ਕਿਵੇਂ, ਤੇ ਸਮਝੋ ਭਗਤ ਸਿੰਘ ਔਰ ਸੁਖਦੇਵ ਨਾਲ ਨੇ
ਤੇ ਉਧਰ ਦਾ ਅੱਜ ਲੰਗਰ 'ਚ ਕਿਵੇਂ ਤੇ ਮਤਲਬ ਗਲਤੀ ਫਿਰ ਕਿਸ ਦੀ ਹੈ? ਅਸੀਂ ਕੀ ਚਾਹੁੰਦੇ ਹਾਂ? ਤੇ ਹੋਰ ਤੇ ਇੱਕ ਮੈਂ ਗੁਰਦੁਆਰਾ ਤੁਹਾਨੂੰ ਗੱਲ ਕਰਾਂ, ਪਰ ਕਹਿਣਾ ਤੇ ਨਹੀਂ ਚਾਹੀਦਾ, ਗੁਰਦੁਆਰਾ ਜਿਹੜੇ ਮਾਈਕ ਉੱਚੇ ਹੋ ਗਏ ਨਾ, ਉਹਦਾ ਇੱਕ ਫਾਇਦਾ ਤੇ ਹੋ ਗਿਆ। ਘਰ ਬੈਠਿਆ ਸਾਨੂੰ ਆਨੰਦ ਸਾਹਿਬ ਦੀ ਆਵਾਜ਼ ਆ ਜਾਂਦੀ ਤੇ ਫਿਰ ਅਸੀਂ ਤਿਆਰੀਆਂ ਕਰ ਲੈਂਦੇ ਹਾਂ ਗੁਰਦੁਆਰੇ ਜਾਣ ਵਾਸਤੇ। ਇੱਕ ਫਾਇਦਾ ਉਹ ਜ਼ਰੂਰ ਹੋ ਗਿਆ, ਭਾਵੇਂ ਕੋਈ ਸੁਣੇ ਜਾਂ ਨਾ ਸੁਣੇ ਬਾਣੀ ਨੂੰ, ਲੇਕਿਨ ਆਪਣੀਆਂ ਤਿਆਰੀਆਂ ਸਾਡੀਆਂ ਗੁਰਦੁਆਰੇ ਉਸੇ ਸਮੇਂ ਜਾਣਾ ਜਦੋਂ ਆਨੰਦ ਸਾਹਿਬ ਹੋਣਾ ਔਰ ਲੰਗਰ ਛਕਣ ਜਾਣਾ। ਉਹਦੇ ਵੀ ਅਸੀਂ ਦੇਖਾਂਗੇ ਕਿਹੜੀ ਜਗ੍ਹਾ ਕਿਹੜਾ ਲੰਗਰ ਹੈ, ਅਸੀਂ ਉਸ ਜਗ੍ਹਾ ਤੇ ਜਾਣ ਨੂੰ ਖੁਸ਼ ਹੁੰਦੇ। ਫਿਰ ਪ੍ਰਬੰਧਕ ਵੀ ਕੀ ਕਰਨ, ਸੰਗਤ ਦੀ ਵੀ ਇਹੀ ਚਾਹਨਾ ਹੈ, ਪ੍ਰਬੰਧਕ ਵੀ ਫਿਰ ਇਹੀ ਚਾਹੁੰਦੇ ਨੇ ਕਿ ਜਿੱਧਰ ਜ਼ਿਆਦਾ ਅੱਛਾ ਲੰਗਰ ਹੋਏਗਾ ਉਧਰ ਜ਼ਿਆਦਾ ਸੰਗਤ ਆਏਗੀ ਤੇ ਫਿਰ ਹੋਰ ਵੱਧ ਚੜ ਕੇ ਫਿਰ ਕੰਪੀਟੀਸ਼ਨਸ ਹੁੰਦੀਆਂ ਨੇ। ਬਿਲकुल ਪਹਿਲੇ संगत ਇਸ भी ਤਰ੍ਹਾਂ ਨਹੀਂ ਹੁੰਦਾ ਸੀ। ਨੁਕਤਾ ਉਹੀ ਹੈ, ਇੱਕ ਪਾਸੇ ਹੈ ਬਲਵੰਡ ਖੀਵੀ ਨੇਕ ਜ਼ਨ, ਜਿਸ ਬਹੁਤੀ ਛਾ ਪਤਰਾਲੀ ਲੰਗਰ ਦੌਲਤ ਵੰਡੀ ਹੈ ਰਸ ਅੰਮ੍ਰਿਤ, ਖੀਰ ਕੇ ਆਲੀ ਖੀਰ ਵਿੱਚ ਘਿਓ ਪਾ ਕੇ ਵੰਡਦੇ ਪਏ ਨੇ। ਪਰ ਦੂਜਾ ਨੁਕਤਾ ਹੋਰ ਹੈ, ਇੱਕ ਲੰਗਰ ਜੋ ਗੁਰੂ ਅੰਗਦ ਪਾਤਸ਼ਾਹ ਆਪ ਵਰਤਦੇ ਪਏ ਨੇ, ਲੰਗਰ ਚੱਲੇ ਗੁਰ ਸ਼ਬਦ ਗੁਰ ਸ਼ਬਦ, ਹਰ ਤੋਟ ਨਾ ਆਵੀ ਖੱਟੀ ਹੈ। ਪਰ ਅੱਜ ਸਾਡਾ ਦੁਖਾਂਤ ਪਤਾ ਕੀ ਹੈ, ਜੋ ਇਹ ਕਹਿੰਦੇ ਪਏ ਨੇ, ਆਸਾ ਕੀ ਵਾਰ ਹੋਏ ਰਾਗੀ ਸਿੰਘ ਸ਼ਾਇਦ ਇਕੱਲੇ ਕੀਰਤਨ ਕਰਦੇ ਪਏ ਨੇ, ਜਾਂ ਗੁਰੂ ਗ੍ਰੰਥ ਸਾਹਿਬ ਨੂੰ ਕੀਰਤਨ ਸੁਣਾ ਰਹੇ ਨੇ, ਜਾਂ ਤਾਬੇ ਬੈਠੇ ਭਾਈ ਸਾਹਿਬ ਨੂੰ, ਜਾਂ ਕੰਧਾਂ ਨੂੰ। ਇਹ ਸਾਡਾ ਦੁਖਾਂਤ ਹੈ। ਆਸਾ ਕੀ ਵਾਰ ਜੋ ਸਾਡੇ ਕੀਮਤੀ ਨੁਕਤੇ ਵਿਚਾਰੇ ਜਾਣ, ਇਸ ਕਰਕੇ ਸਾਡੇ ਪੰਥਕ ਸਿਸਟਮ ਵਿੱਚ ਮਰਿਆਦਾ ਹੈ ਉਸ ਵਾਰ ਦਾ ਕੀਰਤਨ ਦੀ, ਪਰ ਉਸ ਬੰਨੇ ਗੁਰਦੁਆਰੇ ਕੋਈ ਨਹੀਂ ਹੋਏਗਾ। ਪਰ ਜਿਵੇਂ ਹੀ ਲੰਗਰ ਦਾ ਸਮਾਂ ਹੈ, ਉਸ ਵੇਲੇ ਹਾਲ ਵੀ ਭਰ ਜਾਣਗੇ ਤੇ ਲੰਗਰ ਵਿੱਚ ਕੋਕ ਵੀ ਹੋਏਗੀ ਤੇ ਪੀਜ਼ਾ ਵੀ ਹੋਣਗੇ ਤੇ 버ਗਰ ਵੀ ਹੋਣਗੇ, ਪਰ ਕਿੱਧਰ ਗਈ ਉਹ ਦਾਲ ਤੇ ਉਹ ਰੋਟੀ। ਪਰ ਕੀ ਉਹ ਲੰਗਰ ਲੋੜਵੰਦਾਂ ਨੂੰ ਮਿਲ ਰਿਹਾ ਹੈ? ਜੋ ਗਰੀਬ ਦਾ ਮੂੰਹ ਹੈ ਉਸ ਵਿੱਚ ਐਕਚੁਅਲੀ ਜਾ ਰਿਹਾ ਹੈ ਉਹ ਲੰਗਰ, ਜਾਂ ਫਿਰ ਅੱਜ ਕੱਲ੍ਹ ਅਸੀਂ ਉਹਨਾਂ ਵਾਸਤੇ ਦਰਵਾਜ਼ੇ ਬੰਦ ਕਰ ਬੈਠੇ ਹਾਂ? ਇਹ ਤੇ ਇੱਕ ਬੜਾ ਸਾਫ਼ ਜਿਹਾ ਨੁਕਤਾ ਹੈ। ਜਦੋਂ ਅਕਬਰ ਆਇਆ ਗੁਰੂ ਅਮਰਦਾਸ ਪਾਤਸ਼ਾਹ ਦੇ ਕੋਲ, ਉਹ ਵੀ ਉਸੇ ਪੰਗਤ ਵਿੱਚ ਬੈਠ ਕੇ ਛਕਿਆ। ਪਰ ਇੱਕ ਗੱਲ ਵੀ ਹੋਰ ਵਿਚਾਰਨਯੋਗ ਹੈ ਕਿ ਗੁਰੂ ਅਮਰਦਾਸ ਪਾਤਸ਼ਾਹ ਦਾ ਲੰਗਰ ਕਿਤਨੇ ਭਰੋਸੇਯੋਗ ਹੋਏਗਾ। ਉਸ ਵੇਲੇ ਰਾਜਿਆਂ ਮਹਾਰਾਜਾਂ ਦੇ ਲੰਗਰ ਦੇ ਉਹਨਾਂ ਦੇ ਜਿਹੜੇ ਦਰਬਾਰ ਵਿੱਚ ਜੋ ਰੋਟੀ ਹੁੰਦੀ ਸੀ, ਉਹ ਟੈਸਟ ਹੋ ਕੇ ਆਉਂਦੀ ਸੀ ਕਿ ਕਿਨੇ ਕੁਝ ਮਿਲਾਇਆ ਤੇ ਨਹੀਂ ਹੈ। ਇਹ ਉਹਨਾਂ ਨੂੰ ਮਾਰਨ ਦਾ ਇੱਕ ਤਰੀਕਾ ਸੀ। ਇਸ ਵਾਸਤੇ ਮੁੰਦਾਮਣੀ ਦਾ ਕਨਸੈਪਟ ਆਇਆ। ਪਰ ਗੁਰੂ ਅਮਰਦਾਸ ਪਾਤਸ਼ਾਹ ਦੇ ਦਰਬਾਰ ਵਿੱਚ ਉਸ ਲੰਗਰ ਵਿੱਚ ਅਕਬਰ ਖਾ ਗਿਆ, ਕਿੰਨਾ ਕੁ ਭਰੋਸਾ ਹੋਏਗਾ? ਉਸੇ ਲੰਗਰ ਵਿੱਚ ਬਾਦਸ਼ਾਹ ਵੀ ਖਾ ਰਿਹਾ ਤੇ ਉਸੇ ਲੰਗਰ ਵਿੱਚ ਇੱਕ ਗਰੀਬ ਬੰਦਾ ਵੀ ਖਾ ਰਿਹਾ। ਪਰ ਅੱਜ ਗੁਰਦੁਆਰਿਆਂ ਦੇ ਬਾਹਰ ਗਰੀਬਾਂ ਦੀ ਲਾਈਨ ਲੱਗੀ ਹੋਏਗੀ। ਅਸੀਂ ਰੱਜੇ ਪੁੱਜਿਆਂ ਨੂੰ ਖਵਾ ਕੇ ਉਹਨਾਂ ਨੂੰ ਸ਼ੂਗਰ ਤੇ ਬੀਪੀ ਤੇ ਕਰਾ ਦਿੱਤਾ। ਪਰ ਜਿਨ੍ਹਾਂ ਨੂੰ ਲੋੜ ਸੀ, ਅੱਜ ਝਾਤ ਮਾਰ ਕੇ ਵੇਖੋ, ਸੀਰੀਆ ਵੱਲ ਝਾਤ ਮਾਰ ਕੇ ਵੇਖੋ, ਅਫਰੀਕਾ ਵੱਲ ਝਾਤ ਮਾਰ ਕੇ ਵੇਖੋ, ਉਧਰ ਕੀ ਜਾਣਾ, ਆਪਣੇ ਸਿੱਖ ਲੀਗਰ ਪਾਸੇ ਹੀ ਝਾਤ ਮਾਰ ਕੇ ਵੇਖੋ। ਸਾਨੂੰ ਉਹਨਾਂ ਦੀ ਪਰਵਾਹ ਨਾ ਰਹੀ। ਅਸੀਂ ਜੋ ਤੁਸੀਂ ਕਹਿ ਰਹੇ ਹੋ ਗੁਰੂ ਕੀ ਜਿਹੜੀ ਗੋਲਕ ਹੈ ਉਹ ਗਰੀਬ ਦਾ ਮੂੰਹ ਸੀ, ਉਹ ਸਿਰਫ ਕਹਿਣ ਮਾਤਰ ਰਹਿ ਗਿਆ। ਇੱਕ ਸਾਡਾ ਅੱਜ ਦਾ ਦੁਖਾਂਤ ਹੈ। ਬਿਲਕੁਲ ਵੀਰ ਜੀ, ਅਸੀਂ ਸੁਣਿਆ ਹੈ ਕਿ ਗਰੀਬ ਦਾ ਮੂੰਹ ਗੁਰੂ ਕੀ ਗੋਲਕ, ਲੇਕਿਨ ਅੱਜ ਗੁਰੂ ਦੀ ਗੋਲਕ ਜੋ ਹੈ ਉਹ ਸਿਰਫ ਗੁਰਦੁਆਰੇ ਦੇ ਫੋਕਟ ਕਰਮ ਕਾਂਡਾਂ ਵਾਲੀ ਜਾ ਰਹੀ ਹੈ। ਬਿਲਕੁਲ ਠੀਕ ਗੱਲ ਹੈ। ਤੇ ਤੁਹਾਨੂੰ ਕੀ ਲੱਗਦਾ ਹੈ ਕਿ ਗੁਰਦੁਆਰੇ 'ਚ ਹੋਰ ਕਿਹੜੇ-ਕਿਹੜੇ ਕਰਮ ਕਾਂਡ ਹੋ ਰਹੇ ਨੇ? ਮੈਨੂੰ ਇੰਝ ਜਾਪਦਾ ਹੈ ਕਿ ਤੁਹਾਡਾ ਇਹ ਸਵਾਲ ਠੀਕ ਨਹੀਂ ਹੈ। ਸਵਾਲ ਤੁਹਾਡਾ ਇਹ ਹੋਣਾ ਚਾਹੀਦਾ ਸੀ ਕਿ ਅੱਜ ਕਿਹੜਾ ਕਰਮ ਕਾਂਡ ਹੈ ਜੋ ਗੁਰਦੁਆਰੇ ਵਿੱਚ ਨਹੀਂ ਹੋ ਰਿਹਾ। ਜਿਹੜੇ ਮਰਜ਼ੀ ਗੁਰਦੁਆਰੇ ਚਲੇ ਜਾਓ, ਇਤਿਹਾਸਕ ਜਾਂ ਫਿਰ ਆਮ ਲੋਕਲ ਸੁਸਾਇਟੀ, ਸਭਾ ਸੁਸਾਇਟੀ ਦੇ ਗੁਰਦੁਆਰੇ, ਜੋ ਇੱਕ ਕਮਿਊਨਿਟੀ ਸੈਂਟਰ ਬਣਨਾ ਸੀ, ਉਹ ਇੱਕ ਨਿੱਜੀ ਜਾਇਦਾਦ ਬਣ ਚੁੱਕੀ ਹੈ। ਅੱਜ ਗੁਰਦੁਆਰੇ ਦੇ ਵਿੱਚ ਛੋਲੇ ਚੜਨਗੇ, ਜਲਦੀਆਂ ਬੁਝਦੀਆਂ ਲਾਈਟਾਂ ਹੋਣਗੀਆਂ। ਉਧਰ ਹੁਣ ਤੇ ਇੱਕ ਨਵੇਂ ਰਿਵਾਜ ਆਏ ਨੇ, ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੇ ਨਾਲ ਕਿਧਰ ਸ਼ੇਰ, ਚੀਤੇ, ਪਤਾ ਨਹੀਂ ਕਿਹੜੇ ਚੀਜ਼ ਰੱਖੇ ਗਏ ਨੇ, ਕਿਧਰ ਜੋਤਾਂ ਬਾਲੀਆਂ ਜਾ ਰਹੀਆਂ ਨੇ। ਹੁਣ ਜੇ ਕਿਧਰ ਜਾ ਕੇ ਜੋਤਾਂ ਦੀ ਬਾਤ ਕਰੋ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਜਾਂ ਫਿਰ ਬਾਣੀ ਕਹਿੰਦੀ ਹੈ ਕਿ ਸਭ ਮੈਂ ਜੋਤ ਹੈ ਸੋਏ, ਪਰ ਅਸੀਂ ਉਸ ਜੋਤ ਦੀ ਪਰਿਭਾਸ਼ਾ ਨੂੰ ਭੁੱਲ ਕੇ ਅੱਜ ਬਾਹਰ ਜੋਤ ਲਾ ਰਹੇ ਹਾਂ। ਪਰ ਇਹਦੀ ਜ਼ਿੰਮੇਵਾਰੀ ਕਿਹਦੇ ਹੱਥ ਹੈ? ਸੋਚਣਾ ਇਹ ਪਏਗਾ। ਜੇ ਗੁਰਦੁਆਰਿਆਂ ਵਿੱਚ ਜਾ ਕੇ ਬਾਤ ਕਹੋਗੇ ਕਿ ਸਾਡੇ ਤਖਤਾਂ ਤੇ ਸਾਡੇ ਇਤਿਹਾਸਿਕ ਗੁਰਦੁਆਰਿਆਂ ਤੇ ਜੋਤਾਂ ਬਲਦੀਆਂ ਪਈਆਂ ਨੇ, ਅਸੀਂ ਕਿਵੇਂ ਬੰਦ ਕਰ ਸਕਦੇ ਹਾਂ? ਇਸ ਕਰਕੇ ਬਾਣੀ ਵਿੱਚ ਆਇਆ ਕੂੜ ਰਾਜਾ ਕੂੜ ਪਰਜਾ, ਕੂੜ ਸਭ ਸੰਸਾਰ। ਜੇ ਰਾਜਾ ਗੁਨੇਗਾਰ ਹੈ, ਜੇ ਸਾਡੇ ਧਾਰਮਿਕ ਆਗੂ ਗੁਨੇਗਾਰ ਨੇ, ਜੇ ਸਾਡੇ ਪ੍ਰਬੰਧਕ ਗੁਨੇਗਾਰ ਨੇ, ਜੇ ਸਾਡੇ ਪ੍ਰਚਾਰਕ ਗੁਨਾਹਗਾਰ ਨੇ, ਇੱਕ ਨੁਕਤਾ ਮੈਂ ਹੋਰ ਸਾਂਝਾ ਕਰ ਜਾਵਾਂ। ਕਈ ਵਾਰੀ ਜਦੋਂ ਇਹ ਕਿਹਾ ਜਾਂਦਾ ਹੈ, ਦਲੀਲ ਦਿੱਤੀ ਜਾਂਦੀ ਹੈ ਕਿ ਇਹ ਕੰਮ ਸਾਡੇ ਗੁਰਦੁਆਰਿਆਂ ਵਿੱਚ ਹੋ ਰਹੇ ਨੇ, ਸਾਡੇ ਹਿਸਟੋਰੀਕਲ ਗੁਰਦੁਆਰੇ ਤੇ ਹੋ ਰਹੇ ਨੇ, ਸਾਡੇ ਤਖਤਾਂ ਤੇ ਹੋ ਰਹੇ ਨੇ, ਜ਼ਰੂਰੀ ਨਹੀਂ ਹੈ ਉਹ ਜੋ ਕੰਮ ਹੋ ਰਿਹਾ ਹੈ ਉਹ ਸਹੀ ਹੈ। ਬਿਲਕੁਲ। ਦਰਬਾਰ ਸਾਹਿਬ ਦੇ ਪਰਿਸਰ ਵਿੱਚ ਮੂਰਤੀਆਂ ਵੀ ਸੀ। ਗੁਰੂ ਤੇਗ ਬਹਾਦਰ ਪਾਤਸ਼ਾਹ ਗਏ, ਦਰਵਾਜ਼ੇ ਬੰਦ ਕਰ ਦਿੱਤੇ ਗਏ। ਪਰ ਨੁਕਤਾ ਵਿਚਾਰਨਯੋਗ ਇਹ ਹੈ ਕਿ ਗੁਰਮਤ ਕੀ ਕਹਿੰਦੀ ਹੈ, ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਕੀ ਕਹਿੰਦਾ, ਨਾ ਕਿ ਉਧਰ ਜੋ ਬੰਦੇ ਕਾਬਜ਼ ਨੇ ਉਹ ਕੀ ਕਹਿੰਦੇ ਨੇ। ਫੈਸਲਾ ਸੱਚ ਤੇ ਝੂਠ ਦਾ
ਕੇਵਲ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਕਸਵੱਟੀ ਤੇ ਕੀਤਾ ਜਾ ਸਕਦਾ ਹੈ। ਪਰ ਦੁਖਾਂਤ ਹੈ ਵਾਪਰਿਆ, ਜੇ ਕੋਈ ਕਰਮਕਾਂਡ ਵਾਪਰ ਰਿਹਾ, ਸਾਡੀ ਇਹ ਬਿਰਤੀ ਬਣ ਚੁੱਕੀ ਹੈ, ਜੋ ਕੰਮ ਸਾਨੂੰ ਚੰਗਾ ਲੱਗੇ ਅਸੀਂ ਉਹ ਧਾਰਨ ਕਰ ਲਾਂਗੇ, ਜੋ ਵਿਚਾਰ ਸਾਡੇ ਤੇ ਫਿੱਟ ਬੈਠੇ ਅਸੀਂ ਬੜੇ ਖੁਸ਼ ਹਾਂ। ਪਰ ਲੱਗੇ ਕਿ ਇਹ ਵਿਚਾਰਧਾਰਾ ਮੈਨੂੰ ਚੰਗੀ ਨਹੀਂ ਲੱਗਦੀ, ਮੈਂ ਚਾਹੁੰਦਾ ਮੇਰੇ ਗੁਰਦੁਆਰੇ ਵਿੱਚ ਜੋਤ ਬੱਲੇ, ਮੈਂ ਚਾਹੁੰਦਾ ਮੇਰੇ ਗੁਰਦੁਆਰੇ ਵਿੱਚ ਛੋਲੇ ਵਗਣ, ਮੈਂ ਚਾਹੁੰਦਾ ਕਿ ਲੋਕ ਭਰਮ ਭੁਲੇਖੇ ਵਿੱਚ ਪਏ ਰਹਿਣ। ਜੋ ਅਸੀਂ ਪਿਛਲੀ ਵਾਰੀ ਵਿਚਾਰ ਕੀਤੀ ਸੀ ਪਾਲਕੀ ਬਾਰੇ, ਚੰਦੋਏ ਬਾਰੇ, ਨਿਸ਼ਾਨ ਸਾਹਿਬ ਬਾਰੇ, ਹੁਣ ਤੇ ਇਹ ਵੇਖੀ ਤੇ ਲੋਕ ਧਾਗੇ ਆ ਕੇ ਗੁਰੂ ਗ੍ਰੰਥ ਸਾਹਿਬ ਦਾ ਜਿਸ ਪੀੜੇ ਤੇ ਪ੍ਰਕਾਸ਼ ਹੈ ਉਧਰ ਵੀ ਬਣ ਜਾਂਦੇ ਨੇ। ਕੌਣ ਰੋਕੇਗਾ? ਸਵਾਲ ਇਹ ਉੱਠਦਾ ਹੈ ਕਿ ਜਦੋਂ ਸਾਡੇ ਇਤਿਹਾਸਕ ਗੁਰਦੁਆਰਿਆਂ ਦੇ ਵਿੱਚ ਇਹ ਕਰਮਕਾਂਡ ਹੋ ਰਹੇ ਨੇ ਤੇ ਕੂੜ ਰਾਜਾ ਹੈ, ਪਰ ਨਾਲ ਨਾਲ ਕੂੜ ਪਰਜਾ ਵੀ ਹੈ, ਕਿਉਂਕਿ ਅਸੀਂ ਸੁਧਰਨਾ ਨਹੀਂ ਚਾਹ ਰਹੇ। ਅਸੀਂ ਉਸੇ ਵਹਿਮ ਭਰਮ ਪਖੰਡ ਕਰਮਕਾਂਡ ਵਿੱਚ ਉਲਝੇ ਹੋਏ ਹਾਂ। ਇਹ ਕਾਰਨ ਹੈ ਅੱਜ ਨੌਜਵਾਨ ਪੀੜ੍ਹੀ ਦੂਰ ਹੈ। ਉਹ ਕਹਿੰਦੀ ਹੈ ਉਹ ਕਰਮਕਾਂਡ ਜੋ ਮੇਰੇ ਘਰ ਮੇਰੇ ਗੁਰਦੁਆਰੇ ਵਿੱਚ ਹੈ, ਮੈਂ ਇਸ ਕੋਲੋਂ ਹੀ ਪਰੇਸ਼ਾਨ ਹੋ ਚੁੱਕਿਆ ਤੇ ਮੈਂ ਕਿਉਂ ਇੱਧਰ ਉਲਝਾ ਰਹਾ। ਇਸ ਕਰਕੇ ਜਦ ਤੱਕ ਇਹਨਾਂ ਕਰਮਕਾਂਡਾਂ ਤੋਂ ਅਸੀਂ ਆਪਣੇ ਗੁਰਦੁਆਰਿਆਂ ਨੂੰ ਆਜ਼ਾਦ ਨਹੀਂ ਕਰਾ ਸਕਦੇ, ਇਸ ਲਈ ਲੋੜ ਹੈ ਕਿ ਹਰ ਗੁਰਦੁਆਰੇ ਦੇ ਪ੍ਰਬੰਧਕ ਨੂੰ ਘੱਟ ਤੋਂ ਘੱਟ ਅਕਾਲ ਤਖਤ ਤੋਂ ਪ੍ਰਮਾਣਿਤ ਸਿੱਖ ਰਹਿਤ ਮਰਿਆਦਾ ਬਾਰੇ ਪਤਾ ਹੋਵੇ। ਜ਼ਰੂਰ। ਜਿਸ ਬੰਦੇ ਨੂੰ ਅਕਾਲ ਤਖਤ ਤੋਂ ਪੰਥ ਪ੍ਰਮਾਣਿਤ ਸਿੱਖ ਰਹਿਤ ਮਰਿਆਦਾ ਬਾਰੇ ਨਹੀਂ ਪਤਾ, ਉਹਨੂੰ ਪ੍ਰਬੰਧਕ ਢਾਂਚੇ ਵਿੱਚ ਆਉਣ ਦੀ ਕੋਈ ਲੋੜ ਨਹੀਂ। ਇੱਕ ਬੱਚੇ ਨੂੰ ਅਸੀਂ ਸਕੂਲ ਪਾਈਏ, ਅਸੀਂ 100 ਵਾਰੀ ਸੋਚਦੇ ਹਾਂ ਕਿ ਕਿਹੜੇ ਸਕੂਲ ਜਾਏ ਤਾਂ ਕਿ ਉਹਦੀ ਪ੍ਰੋਗਰੈਸ ਹੋ ਸਕੇ। ਉਹ ਬੱਚਾ ਵੱਡਾ ਹੁੰਦਾ ਆਪ ਸੋਚਦਾ ਹੈ ਕਿ ਮੇਰੇ ਕਿੰਨੇ ਮਾਰਕਸ ਆਣ, ਮੈਂ ਇਸ ਕਾਲਜ ਵਿੱਚ ਦਾਖਲਾ ਲੈਣਾ ਚਾਹੁੰਦਾ, ਇਸ ਕਰਕੇ ਮੈਨੂੰ ਇੰਨੀ ਮਿਹਨਤ ਦੀ ਲੋੜ ਹੈ। ਉਹ ਬੱਚਾ ਹੋਰ ਵੱਡਾ ਹੋਇਆ, ਹੋਰ ਵਿਚਾਰ ਕਰਦਾ ਮੈਂ ਕੰਮ ਕਰਾਂ, ਬਿਜ਼ਨਸ ਕਰਾਂ, ਭਾਵ ਹਰ ਥਾਂ ਤੇ ਅਕਲ ਦੀ ਵਰਤੋਂ ਕੀਤੀ। ਪਰ ਧਰਮ ਦੀ ਦੁਨੀਆ ਤੇ ਆ ਕੇ ਅਸੀਂ ਅਕਲ ਬੰਦ ਕਰ ਦਿੱਤੀ। ਬਲਕਿ ਗੁਰੂ ਕਹਿੰਦੇ ਅਕਲੀ ਸਾਹਿਬ ਸੇਵੀਏ, ਅਕਲੀ ਪਾਈਏ ਮਾਨ, ਅਕਲੀ ਪੜ੍ਹ ਕੇ ਬੁਝੀ, ਅਕਲੀ ਕੀਜੇ ਦਾਨ, ਪਰ ਉਸ ਅਕਲ ਦੀ ਵਰਤੋਂ ਨਹੀਂ ਕੀਤੀ। ਦੁਕਾਨ ਹੈ ਵਾਪਰਿਆ। ਹੁਣ ਲੋੜ ਹੈ ਅਕਲ ਦੀ ਵਰਤੋਂ ਕਰੀਏ, ਪਰ ਹਾਂ ਮੇਰੀ ਜਾਂ ਤੁਹਾਡੀ ਅਕਲ ਨਹੀਂ, ਗੁਰ ਕੀ ਮਤ ਤੂੰ ਲੈ ਆਨੇ। ਜਦੋਂ ਗੁਰੂ ਦੀ ਮਤ ਲੈ ਲਈ ਤੇ ਗੁਰੂ ਦੀ ਮਤ ਅਨੁਸਾਰ ਆਪਣੇ ਗੁਰਦੁਆਰਿਆਂ ਤੇ ਕੰਟਰੋਲ ਕਰਨਾ ਸ਼ੁਰੂ ਕੀਤਾ, ਤਾਂ ਉਹਨਾਂ ਗੁਰਦੁਆਰਿਆਂ ਕੋਲ ਇੱਕ ਮਿਸ਼ਨ ਵੀ ਆਏਗਾ, ਇੱਕ ਵਿਜ਼ਨ ਵੀ ਆਏਗਾ। ਜਿਸ ਤਰੀਕੇ ਨਾਲ ਇਹ ਗੁਰਦੁਆਰੇ ਜੋ ਅੱਜ ਵਹਿਮਾਂ ਭਰਮਾਂ ਕਰਮ ਕਾਂਡਾਂ ਦੇ ਇੱਕ ਸੈਂਟਰ ਬਣ ਚੁੱਕੇ ਨੇ, ਇਹ ਕਹਿੰਦਾ ਪੀੜਾ ਤੇ ਦਰਦ ਜ਼ਰੂਰ ਹੁੰਦੀ ਹੈ, ਪਰ ਇਹ ਸਾਡਾ ਦੁਖਾਂਤ ਹੈ। ਅੱਜ ਸਾਡੇ ਗੁਰਦੁਆਰੇ ਗੁਰੂ ਨਾਨਕ ਦੀ ਵਿਚਾਰਧਾਰਾ ਦਾ ਪ੍ਰਚਾਰ ਨਹੀਂ ਕਰ ਰਹੇ, ਕਰਮ ਕਾਂਡਾਂ ਦਾ ਪ੍ਰਚਾਰ ਕਰ ਰਹੇ ਨੇ। ਉਧਰ ਦੀਵੇ ਬਾਲੇ ਜਾਂਦੇ ਨੇ, ਜੋਤਾਂ ਬਾਲੀਆਂ ਜਾਂਦੀਆਂ ਨੇ, ਛੋਲੇ ਚੜਾਏ ਜਾਂਦੇ ਨੇ, ਧਾਗੇ ਬੰਨ੍ਹੇ ਜਾਂਦੇ ਨੇ। ਸੰਗਰਾਂਦ ਦਾ ਸਭ ਮਨਾਉਣਗੇ ਜਾਂਦੇ ਨੇ। ਬਿਲਕੁਲ ਠੀਕ ਗੱਲ ਹੈ। ਹੁਣ ਅੱਜ ਹਰ ਕਿਹੜਾ ਗੁਰਦੁਆਰਾ ਜਿੱਥੇ ਪੂਰਨਮਾਸ਼ੀ ਜਾਂ ਸੰਗਰਾਂਦ ਨਹੀਂ ਮਨਾਉਣ ਹੁੰਦੀ। ਫਿਰ ਬਲਕਿ ਹੁਣ ਤੇ ਇੱਕ ਨਵਾਂ ਰਿਵਾਜ ਚੱਲਿਆ, ਫੇਸਬੁੱਕ ਤੇ WhatsApp ਤੇ ਜਾਂ ਫਿਰ ਇੱਕ ਮੇਲ ਚੇਨਸ ਬਣਦੀ ਹੈ, ਜਦੋਂ ਮੇਲ ਕੀਤੇ ਜਾਂਦੇ ਨੇ ਇੱਕ ਚੰਦਰਮਾ ਦੀ ਤਸਵੀਰ ਬਣਾ ਕੇ ਕਿ ਅੱਜ ਪੂਰਨਮਾਸ਼ੀ ਹੈ, ਅੱਜ ਗੁਰਦੁਆਰੇ ਜ਼ਰੂਰ ਆਓ। ਕੌਣ ਸਾਨੂੰ ਅਕਲ ਬਖਸ਼ੇਗਾ? ਕਿਨੇ ਗੁਰੂ ਕੋਲੋਂ ਪੁੱਛਿਆ? ਇਹੀ ਕਾਰਨ ਹੈ ਕਿ ਅਸੀਂ ਗੁਰਮਤਿ ਦੇ ਸਿਧਾਂਤ ਤੋਂ ਕੋਹਾਂ ਦੂਰ ਹੋ ਗਏ ਹਾਂ। ਇਹ ਕਾਰਨ ਹੈ ਜੋ ਅੱਜ ਸਾਡੇ ਸਮਾਜ ਵਿੱਚ ਇੱਕ ਨੀਵਾਂਪਣਾ ਆ ਰਿਹਾ। ਇਹ ਕਾਰਨ ਹੈ ਜੋ ਗੁਰਦੁਆਰਾ ਜੋ ਇੱਕ ਸੈਂਟਰ ਸੀ ਮਨੁੱਖ ਨੂੰ ਮਨੁੱਖਤਾ ਸਿਖਾਉਣ ਦਾ, ਪਰ ਜੇ ਉਧਰ ਵੀ ਮਨੁੱਖਤਾ ਨਾ ਸਿਖਾਈ ਗਈ, ਜੇ ਉਧਰ ਵੀ ਮਿਠ ਬੋਲੜਾ ਜੀ ਹਰਸੱਜਣ ਸਵਾਮੀ ਮੋਰਾ ਦੀ ਬਾਤ ਨਹੀਂ ਕੀਤੀ ਗਈ, ਜੇ ਉਧਰ ਵੀ ਰਾਜੇਸ਼ੀ ਮੁਕੱਦਮ ਕੁੱਤੇ ਦੀ ਬਾਤ ਨਹੀਂ ਕੀਤੀ ਗਈ, ਜੇ ਉਧਰ ਵੀ ਕਾਜ਼ੀ ਕੂੜ ਬੋਲ ਮਲ ਖਾਏ ਬਾਮਨ ਨਾਵੇਂ ਜੀਆਂ ਕਾਏ ਜੋਗੀ ਜੁਗਤ ਨਾ ਜਾਣੇ ਅੰਧ ਤੇਨੇ ਉਜਾੜੇ ਕਾ ਬੰਦ ਦੀ ਵਿਚਾਰ ਨਹੀਂ ਕੀਤੀ ਗਈ, ਫਿਰ ਕਿਦੋਂ ਬੰਦਾ ਸਿੱਖੇਗਾ? ਫਿਰ ਉਹ ਸਕੂਲ ਨਾ ਰਿਹਾ, ਫਿਰ ਉਹ ਲੰਗਰ ਨਾ ਰਿਹਾ, ਫਿਰ ਉਹ ਨਿਸ਼ਾਨ ਸਾਹਿਬ ਦਾ ਪ੍ਰਤੀਕ ਨਹੀਂ ਰਿਹਾ। ਇਹ ਸਾਡਾ ਦੁਖਾਂਤ ਹੈ। ਤੇ ਇਹ ਸਭ ਜੋ ਕਰਮ ਕਾਂਡ ਵਿੱਚ ਫਸੇ ਹੋਏ ਨੇ ਗੁਰਦੁਆਰੇ, ਇਸ ਤੋਂ ਉੱਤੇ ਉੱਠਣ ਲਈ ਸਾਨੂੰ ਕੀ ਕਰਨਾ ਚਾਹੀਦਾ? ਇਸ ਦਾ ਸੋਲੂਸ਼ਨ ਕੀ ਹੈਗਾ? ਹੁਣ ਉਸ ਤੇ ਮੈਂ ਇਸ ਗੱਲ ਤੇ ਬੋਲਾਂਗੀ ਉਸ ਮਾਮਲੇ ਵਿੱਚ ਕਿ ਸਭ ਤੋਂ ਪਹਿਲੇ ਜਿਹੜੇ ਅਸੀਂ ਗ੍ਰੰਥੀ ਸਿੰਘ ਰੱਖਦੇ ਹਾਂ ਆਪਣੇ ਗੁਰਦੁਆਰਿਆਂ ਵਿੱਚ, ਤੇ ਉਹ ਉਸ ਬਾਰੇ ਵਿਚਾਰ ਕੀਤੀ ਜਾਵੇ ਕਿ ਜਿਹੜੇ ਵੀ ਉਹ ਹਨ ਉਹ ਕਿੰਨਾ ਪੜ੍ਹੇ ਹੋਏ ਨੇ ਤੇ ਉਹਨਾਂ ਕੋਲ ਕਿਹੜੀਆਂ ਡਿਗਰੀਆਂ ਨੇ, ਉਹਨਾਂ ਨੂੰ ਗੁਰਮਤਿ ਦੀ ਨੌਲੇਜ ਹੈ ਕਿ ਨਹੀਂ ਹੈ। ਤੇ ਦੂਸਰਾ ਜਿਹੜੇ ਸਾਡੇ ਮੈਂਬਰਸ ਨੇ ਗੁਰਦੁਆਰਿਆਂ ਦੇ, ਉਹਨਾਂ ਨੂੰ ਵੀ ਸਿੱਖ ਰਹਿਤ ਮਰਿਆਦਾ ਦੇ ਬਾਰੇ ਕੁਝ ਪਤਾ ਵੀ ਹੈ ਕਿ ਨਹੀਂ। ਅਗਰ ਉਹਨਾਂ ਨੂੰ ਹੀ ਨਹੀਂ ਪਤਾ ਤੇ ਫਿਰ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਫਿਰ ਸੰਗਤ ਤੱਕ ਇਹ ਗੱਲ ਜਾਏਗੀ। ਜਦ ਤੱਕ ਸਾਡੇ ਗ੍ਰੰਥੀ ਸਿੰਘ, ਰਾਗੀ ਸਿੰਘ, ਮੈਂਬਰਸ ਹੋਰ ਸੰਗਤ ਵੀ ਥੋੜੀ ਸੁਚੇਤ ਨਹੀਂ ਹੋਏਗੀ ਤੇ ਫਿਰ ਇਹ ਗੱਲ ਨਹੀਂ ਬਣ ਸਕਦੀ। ਹਾਂਜੀ, ਜਿਵੇਂ ਅਸੀਂ ਦੇਖਦੇ ਹਾਂ ਕਿ ਜੋ ਸਕੂਲ ਕਾਲਜ ਜ਼ਿਆਦਾ ਪੜ੍ਹਿਆ ਨਹੀਂ ਜਾਂ ਪੜ੍ਹਾਈ 'ਚ ਹੁਸ਼ਿਆਰ ਨਹੀਂ ਹੈ, ਉਹ ਉਸਨੂੰ ਗੁਰਦੁਆਰੇ ਦੇ ਕੰਮਾਂ 'ਚ ਲਗਾ ਦਿੰਦੇ ਨੇ ਕਿ ਗ੍ਰੰਥੀ ਜਾਂ ਹੋਰ ਕੋਈ ਕਿਸੇ ਕੰਮ। ਕਹਿੰਦਾ ਕਿ ਹਾਂ ਕਈ ਵਾਰ ਸੁਣਦਾ ਕਿ ਕਿਸ ਨੂੰ ਕੋਈ ਨੌਕਰੀ ਨਹੀਂ ਮਿਲਦੀ, ਕਹਿੰਦੇ ਕੋਈ ਗੱਲ ਨਹੀਂ, ਜਾ ਕੇ ਬੰਬੇ ਚਲੇ ਜਾਓ, ਕਿਧਰ ਵੀ ਚਲੇ ਜਾਓ ਤੇ ਗ੍ਰੰਥੀ ਦੀ ਨੌਕਰੀ ਤੇ ਮਿਲ ਹੀ ਜਾਏਗੀ। ਤਾਂ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਹਾਂਜੀ, ਅੱਛੇ ਕਾਬਲੀਅਤ ਵਾਲੇ ਗ੍ਰੰਥੀ ਰੱਖਣੇ ਚਾਹੀਦੇ ਨੇ। ਮੈਂਬਰਸ ਨੂੰ ਵੀ ਮੈਂ ਕਹਿੰਦੀ ਹਾਂ ਸਿੱਖ ਰਹਿਤ ਮਰਿਆਦਾ ਪੂਰੀ ਦ੍ਰਿੜ ਹੋਣੀ ਚਾਹੀਦੀ ਹੈ। ਫਿਰ ਸੰਗਤ ਦਾ ਵੀ ਹੈ ਕਿ ਸੰਗਤ ਵੀ ਐ ਨਹੀਂ ਕਿ ਖਾਲੀ ਗ੍ਰੰਥੀਆਂ ਦਾ ਜਾਂ ਰਾਗੀਆਂ ਦਾ ਹੀ ਕੰਮ ਹੈ, ਸਾਡਾ ਵੀ ਆਪਣਾ ਕੰਮ ਹੈ ਕਿ ਅਸੀਂ ਵੀ ਘਰ ਆਪ ਪੜ੍ਹੀਏ, ਆਪਣੇ ਬੱਚਿਆਂ ਨੂੰ ਇਸ ਪਾਸੇ ਵੱਲ ਸਮਝਾਈਏ, ਤਾਂ ਹੀ ਗੱਲ ਬਣ ਸਕਦੀ ਹੈ। ਇਹ ਕਿਸੇ ਬੰਦੇ ਦੇ ਵੱਸ ਦੀ ਗੱਲ ਨਹੀਂ। ਨੁਕਤਾ ਫਿਰ ਹੋਈ ਆ ਜਾਂਦਾ ਹੈ, ਕੋੜ ਰਾਜਾ ਕੋੜ ਪਰਜਾ। 1873 ਵਿੱਚ
ਮਿਸ਼ਨ ਸਕੂਲ ਤੋਂ 4 ਸਿੱਖ ਨੌਜਵਾਨ ਈਸਾਈ ਬਣੇ ਚੱਲੇ ਸੀ। ਕੌਮ ਹੱਕੀ ਬੱਕੀ ਰਹਿ ਗਈ ਹੈ। ਕੀ ਵਾਪਰਿਆ ਸਾਡੇ ਨਾਲ? ਇਹ ਤੇ ਅਜੇ ਸ਼ੁਰੂਆਤ ਹੈ, ਪਤਾ ਨਹੀਂ ਕੀ ਕੁਛ ਹੋਣਾ ਹੈ। ਪਰ ਕੌਮ ਕਰਨਾ ਬੈਠੀ। ਉਹਨਾਂ 4 ਨੌਜਵਾਨਾਂ ਦੇ ਨਾਲ ਬੈਠ ਕੇ ਗੱਲਬਾਤ ਸਾਂਝੀ ਕੀਤੀ ਕਿ ਗੁਰੂ ਨਾਨਕ ਦਾ ਸਿਧਾਂਤ ਕੀ ਹੈ, ਗੁਰੂ ਨਾਨਕ ਦੀ ਵਿਚਾਰਧਾਰਾ ਕੀ ਹੈ। ਉਹ ਫਿਰ ਵਾਪਸ ਕਰ ਆਏ। ਅੱਜ ਪੂਰੀ ਨੌਜਵਾਨ ਪੀੜ੍ਹੀ ਪਤਿਤ ਪੁਣੇ ਵੱਲ ਜਾ ਰਹੀ ਹੈ। ਅੱਜ ਪੰਜਾਬ ਨਸ਼ਿਆਂ ਵਿੱਚ ਡੁੱਬਦਾ ਪਿਆ। ਕਿਧਰ ਨੇ ਪ੍ਰਬੰਧਕ, ਕਿਧਰ ਨੇ ਸਾਡੇ ਧਾਰਮਿਕ ਆਗੂ, ਕਿਧਰ ਨੇ ਸਾਡੇ ਪ੍ਰਚਾਰਕ? ਅੱਜ ਕੌਮ ਦੀ ਕੌਮ ਪਤਿਤ ਪੁਣੇ ਵੱਲ ਜਾ ਰਹੀ ਹੈ। ਅੱਜ ਪੰਜਾਬ ਪੂਰਾ ਨਸ਼ਿਆਂ ਵਿੱਚ ਰੁੜਦਾ ਪਿਆ ਹੈ, ਪਰ ਕਿਸ ਨੂੰ ਨਹੀਂ ਪਈ? ਉਹ 4 ਨੌਜਵਾਨ ਬਾਗੀ ਹੋ ਚੱਲੇ ਸੀ ਤੇ ਕੌਮ ਹੱਕੀ ਬੱਕੀ ਰਹਿ ਗਈ। ਅੱਜ ਕੌਮ ਦੇ ਇਹ ਹਾਲਾਤ ਨੇ ਤੇ ਕਿਹਨੂੰ ਕੁਛ ਨਹੀਂ ਪਈ। ਫਿਰ ਵੀ ਅਸੀਂ ਉਹਨਾਂ ਨੂੰ ਕੌਮ ਦਾ ਆਗੂ, ਕੌਮ ਦਾ ਠੇਕੇਦਾਰ ਕਹਿ ਰਹੇ ਹਾਂ, ਕੌਮ ਦੇ ਵੱਡੇ ਪ੍ਰਚਾਰਕ ਕਹਿ ਰਹੇ ਹਾਂ। ਇਹ ਇੱਕ ਬਹੁਤ ਵੱਡਾ ਦੁਖਾਂਤ ਹੈ, ਕਿਉਂਕਿ ਅੱਜ ਸਾਡੇ ਹਿਰਦੇ 'ਚੋਂ ਉਹ ਕੌਮ ਪ੍ਰਤੀ ਦਰਦ ਮੁੱਕ ਚੁੱਕਿਆ। ਸਾਨੂੰ ਆਪਣੀ ਆਈ ਮੀ ਮਾਈ ਸੈਲਫ ਉਧਰ ਤੱਕ ਸੀਮਿਤ ਰਹਿ ਗਏ, ਆਪਣੇ ਪਰਿਵਾਰ ਤੱਕ ਸੀਮਿਤ ਰਹਿ ਗਿਆ। ਪਰ ਇਹ ਅੱਗ ਸਾਡੇ ਘਰਾਂ ਤੱਕ ਵੀ ਜ਼ਰੂਰ ਪਹੁੰਚਣੀ ਹੈ। ਇਹ ਕੌਮ ਇੱਕ ਘਰ ਹੈ। ਅਸੀਂ ਸਾਰੇ ਇੱਕ ਪਰਿਵਾਰ ਦਾ ਹਿੱਸਾ ਹਾਂ। ਪਰ ਜਦ ਤੱਕ ਅਸੀਂ ਉਸ ਪਰਿਵਾਰ ਦੀ ਜ਼ਿੰਮੇਵਾਰੀ ਨਾ ਸਮਝੀ ਤਦ ਤੱਕ ਨਹੀਂ ਹੋ ਸਕਦਾ। ਪਰ ਉਹ ਜ਼ਿੰਮੇਵਾਰੀ ਕੂੜ ਰਾਜਾ, ਕੂੜ ਪ੍ਰਜਾ ਦੋਵੇਂ ਪਾਸੇ ਹੈ। ਅੱਜ ਜੇ ਗੁਰਦੁਆਰਿਆਂ ਦੇ ਪ੍ਰਬੰਧਕ, ਜੋ ਧਰਮ ਪ੍ਰਚਾਰ ਕਮੇਟੀ ਨੇ, ਉਹ ਆਪ ਆਪਣੇ ਹੱਥਾਂ ਦੇ ਵਿੱਚ ਧਾਗੇ ਪਾਣ, ਉਹ ਆਪ ਵਹਿਮਾਂ ਭਰਮਾਂ ਪਖੰਡਾਂ ਵਿੱਚ ਹੋਣ, ਤੇ ਉਹ ਉਹੀ ਪ੍ਰਚਾਰਕ ਨੂੰ ਸੱਦਣਗੇ ਜਿਹੜਾ ਪ੍ਰਚਾਰਕ ਸੱਚ ਦੀ ਬਾਤ ਨਾ ਸੁਣਾਏ। ਪ੍ਰਚਾਰਕ ਇੱਕ ਬੰਨੇ ਉਹ ਪ੍ਰਚਾਰਕ ਨੇ ਜਿਹੜੇ ਸੱਚ ਦੀ ਬਾਤ ਨਹੀਂ ਆਖ ਰਹੇ, ਜਿਹੜੇ ਹੂ ਬਹੂ ਉਹੀ 8 9 10 20 25 30 ਸ਼ਬਦ ਗਾਏ ਜਾ ਰਹੇ ਨੇ, ਤੇ ਅੱਜ ਸਿੱਖ ਸੰਗਤ ਵੀ ਉਹੀ ਸੁਣਨਾ ਚਾਹੁੰਦੀ ਹੈ। ਪਰ ਜੇ ਕੋਈ ਲੋਕਲ ਗੁਰਦੁਆਰਿਆਂ ਦੇ ਵਿੱਚ ਕੋਈ ਇੱਕ ਪ੍ਰਚਾਰਕ, ਕੋਈ ਇੱਕ ਗ੍ਰੰਥੀ ਸਿੰਘ ਹੈ, ਜੇ ਅਸੀਂ ਕਹਿੰਦੇ ਹਾਂ ਕਿ ਗੁਰਦੁਆਰਾ ਮੁਸਾਫਿਰਾਂ ਲਈ ਇੱਕ ਰਹਿਣ ਦੀ ਜਗ੍ਹਾ ਸੀ, ਕਿ ਅਸੀਂ ਲੋਕਲ ਗੁਰਦੁਆਰੇ ਦੇ ਗ੍ਰੰਥੀ ਸਿੰਘ, ਲੋਕਲ ਗੁਰਦੁਆਰੇ ਦੇ ਰਾਗੀ ਸਿੰਘਾਂ ਵਾਸਤੇ ਚੰਗੇ ਕਮਰੇ ਤਿਆਰ ਕਰਾਏ, ਉਹਨਾਂ ਦੇ ਬੱਚਿਆਂ ਲਈ ਚੰਗੇ ਫਿਊਚਰ ਬਾਰੇ ਸੋਚਿਆ? ਨਹੀਂ। ਉਹ ਕਿਵੇਂ ਸੱਚ ਬੋਲ ਸਕਦੇ ਨੇ? ਉਹ ਬੋਲ ਨਹੀਂ ਪਾਣਗੇ, ਕਿਉਂਕਿ ਉਹਨਾਂ ਦੀ ਰੋਜ਼ੀ ਰੋਟੀ ਉਸ 'ਤੇ ਚੱਲੀ ਹੈ। ਉਹੀ ਬੋਲਣਗੇ ਜੋ ਸੰਗਤ ਸੁਣਨੀ ਚਾਹੇਗੀ, ਉਹੀ ਬੋਲਣਗੇ ਜੋ ਪ੍ਰਬੰਧਕ ਸੁਣਨਾ ਚਾਹਣਗੇ। ਜਦ ਤੱਕ ਲੋਕਲ ਪ੍ਰਚਾਰਕਾਂ ਲਈ ਅਸੀਂ ਇੱਕ ਸਪੋਰਟ ਸਟਰਕਚਰ ਨਹੀਂ ਕ੍ਰੀਏਟ ਕੀਤਾ, ਜਦ ਤੱਕ ਉਹਨਾਂ ਦੇ ਬੱਚਿਆਂ ਦਾ ਧਿਆਨ ਨਹੀਂ ਕੀਤਾ, ਤਦ ਤੱਕ ਇਹ ਸੋਚਣਾ ਕਿ ਸਾਡੇ ਗੁਰਦੁਆਰਿਆਂ ਤੋਂ, ਸਾਡੇ ਸ਼ਹਿਰਾਂ ਦੇ ਲੋਕਲ ਗੁਰਦੁਆਰਿਆਂ ਤੋਂ ਇੱਕ ਕ੍ਰਾਂਤੀ ਉੱਠੇਗੀ, ਬੜੀ ਔਖੀ ਬਾਤ ਹੈ। ਦੂਜਾ ਨੁਕਤਾ, ਪ੍ਰਚਾਰ ਜੋ ਪਹਿਲੇ ਗੁਰਦੁਆਰਿਆ ਕਿਹਾ ਜਾਂਦਾ ਸੀ, ਉਹ ਪੂਰੇ ਢੰਗ ਨਾਲ ਗੁਰਮਤ ਨੂੰ ਧਾਰਨ ਕੀਤਾ ਸੀ। ਜਿਵੇਂ ਹੁਣੇ ਅਸੀਂ ਜ਼ਿਕਰ ਕੀਤਾ ਕਿ ਪ੍ਰਬੰਧਕ ਉਹ ਹੋਏ ਜੋ ਘੱਟ ਤੋਂ ਘੱਟ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਬਾਰੇ ਜਾਣੂ ਹੋਏ, ਤੇ ਪ੍ਰਚਾਰਕ ਉਹ ਹੋਏ, ਗ੍ਰੰਥੀ ਦਾ ਭਾਵ ਜੋ ਗ੍ਰੰਥ ਨੂੰ ਜਾਣਦਾ ਹੋਏ। ਅੱਜ ਦੁਖਾਂਤ ਇਹ ਵਾਪਰਿਆ, ਜੋ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਦਾ ਪਿਆ, ਉਹ ਗੁਰੂ ਗ੍ਰੰਥ ਸਾਹਿਬ ਦੀ ਕਥਾ ਛੋੜ ਕੇ ਪਤਾ ਨਹੀਂ ਕਿਹੜੀਆਂ ਕਹਾਣੀਆਂ ਵਿੱਚ, ਬਿਨਾਂ ਸਿਰ ਪੈਰ ਦੀਆਂ ਕਹਾਣੀਆਂ ਵਿੱਚ, ਫਲਾਣੇ ਬਾਬਾ ਜੀ ਕੀ ਕਹਿੰਦੇ ਨੇ, ਇਹ ਕਹਾਣੀਆਂ ਵਿੱਚ ਜਾ ਰਹੀ ਹੈ। ਉਹ ਕੌਮ ਕਹਿ ਰਹੀ ਹੈ ਬਸ ਕਰੋ, ਸਾਨੂੰ ਨਹੀਂ ਪਈ ਕਿ ਤੁਹਾਡੇ ਮਰੇ ਹੋਏ ਬਾਬੇ ਕੀ ਕਹਿ ਕੇ ਗਏ ਨੇ, ਸਾਡਾ ਜਿੰਦਾ ਜਾਣਦਾ ਗੁਰੂ ਕੀ ਕਹਿੰਦਾ ਪਿਆ, ਅਸੀਂ ਇਹ ਸੁਣਨਾ ਚਾਹੁੰਦੇ ਹਾਂ। ਜਦ ਉਹ ਕੰਮ ਸਾਡੇ ਗੁਰਦੁਆਰਿਆਂ 'ਚ ਸ਼ੁਰੂ ਹੋਣਗੇ ਤਾਂ ਜਾ ਕੇ ਇਹ ਕੌਮ ਜਾਗੀ ਕਿ ਪਰ ਇਹਦੀ ਜ਼ਿੰਮੇਵਾਰੀ ਕੇਵਲ ਪ੍ਰਬੰਧਕਾਂ ਤੱਕ, ਕੇਵਲ ਪ੍ਰਚਾਰਕਾਂ ਤੱਕ ਨਹੀਂ, ਮੇਰੀ ਤੁਹਾਡੀ ਹੈ। ਜੇ ਅਸੀਂ ਪ੍ਰਚਾਰਕਾਂ ਨੂੰ ਨਹੀਂ ਕਿਹਾ ਸਾਨੂੰ ਸੱਚ ਦੀ ਬਾਤ ਸੁਣਾਓ, ਅਸੀਂ ਤੁਹਾਡੇ ਨਾਲ ਖੜੇ ਹਾਂ। ਜੇ ਅਸੀਂ ਪ੍ਰਬੰਧਕਾਂ ਨੂੰ ਨਹੀਂ ਕਿਹਾ ਕਿ ਅਸੀਂ ਅਸਲ ਦੇ ਰੂਪ ਵਿੱਚ ਜੋ ਧਰਮਸਾਲ, ਮੈਂ ਬੱਦੀ ਸੱਚ ਧਰਮਸਾਲ ਹੈ, ਗੁਰਸਿੱਖਾ ਲੈਂਦਾ ਭਾਲ ਕੇ ਹੈ, ਤਦ ਤੱਕ ਨਹੀਂ ਹੋਣਾ। ਨਹੀਂ ਤੇ ਸਾਡੀ ਹਾਲਤ ਵੀ ਫਿਰ ਕਿਧਰ ਉਸ ਕੂੜ ਰਾਜਾ, ਕੂੜ ਪ੍ਰਜਾ ਤੱਕ ਹੀ ਰੁਕ ਕੇ ਰਹਿ ਜਾਏਗੀ। ਇਸ ਕਰਕੇ ਜ਼ਿੰਮੇਵਾਰੀ ਜਿੱਧਰ ਪ੍ਰਬੰਧਕਾਂ ਦੀ ਹੈ, ਕਿਉਂਕਿ ਉਹਨਾਂ ਨੂੰ ਇਹ ਰਿਸਪੌਂਸਿਬਿਲਿਟੀ ਦਿੱਤੀ ਹੈ, ਜਿੱਧਰ ਪ੍ਰਚਾਰਕਾਂ ਦੀ ਹੈ, ਕਿਉਂਕਿ ਉਹਨਾਂ ਦੀ ਰਿਸਪੌਂਸਿਬਿਲਿਟੀ ਉਹਨਾਂ ਨੂੰ ਇਹ ਦਿੱਤੀ ਗਈ ਹੈ, ਪਰ ਉਧਰ ਕਿਧਰ ਨਾ ਕਿਧਰ ਮੇਰੀ ਤੁਹਾਡੀ ਸਾਡੀ ਸਾਰਿਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਹੁਣ ਜਾਗੀਏ, ਹੁਣ ਬਸ ਹੋ ਗਿਆ, ਹੁਣ ਜਾਗੀਏ। ਕੌਮ ਦਾ ਕੀ ਹਾਲਤ ਹੈ, ਹੋਰ ਕਿਸ ਦੁਖਾਨ ਦਾ, ਕਿਸ ਅੰਤ ਦੀ ਉਡੀਕ ਵਿੱਚ ਅਸੀਂ ਬੈਠੇ ਹਾਂ। ਪੰਜਾਬ ਦਾ ਪੰਜਾਬ ਨਸ਼ਿਆਂ ਵਿੱਚ ਰੁੜ ਗਿਆ, ਪਤਿਤ ਪੁਣੇ ਵਾਲੇ ਰੁੜ ਗਏ, ਉਸ ਕਿਸ ਚੀਜ਼ ਦੀ ਉਡੀਕ ਹੈ? ਕਿਧਰ ਇਹ ਨਾ ਹੋਏ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਨਹੀਂ ਤੇ ਹਾਲਤ ਉਹ ਬਣਨੀ ਹੈ, ਆਪਣਾ ਘਰ ਮੂਸਤ ਰਾਖ ਨਾ ਸਕੇ ਕਿ ਪਰ ਘਰ ਜੋਹਣ ਲੱਗਾ। ਕਿਧਰ ਸਮਾਜ ਨੂੰ ਸਾਂਭਣ ਚੰਗੇ ਸੀ, ਅਸੀਂ ਆਪਣਾ ਘਰ ਸਾਂਭ ਨਾ ਸਕੇ। ਇਸ ਲਈ ਜਾਗਣ ਦੀ ਲੋੜ ਹੈ। ਜਿਵੇਂ ਕਿ ਅਸੀਂ ਹੁਣੇ ਵਿਚਾਰਿਆ ਕਿ ਗੁਰਦੁਆਰੇ 'ਚ ਕਈ ਤਰ੍ਹਾਂ ਦੇ ਕਰਮਕਾਂਡ ਹੋ ਰਹੇ ਨੇ, ਤੇ ਇਹਨਾਂ ਸਭ ਨੂੰ ਦੇਖਦੇ ਹੋਏ ਅੱਜ ਦਾ ਜੋ ਯੂਥ ਹੈ ਉਹ ਗੁਰਦੁਆਰੇ ਕਿਉਂ ਆਉਣਾ ਚਾਹੇਗਾ? ਉਹ ਉਸਦੇ ਕੋਲ ਹੋਰ ਵੀ ਬੜੇ ਤਰ੍ਹਾਂ ਦੇ ਕੰਮ ਹੈਗੇ ਨੇ, ਉਹ ਕਹਿੰਦੇ ਸਾਡੇ ਕੋਲ ਗੁਰਦੁਆਰੇ ਆਉਣ ਨੂੰ ਟਾਈਮ ਹੀ ਨਹੀਂ ਹੈ। ਤੇ ਉਸ ਦਾ ਕੀ ਮੋਟੀਵੇਸ਼ਨ ਹੈ ਗੁਰਦੁਆਰੇ ਆਉਣ ਦਾ, ਤੇ ਉਸ ਦਾ ਰੋਲ ਕੀ ਹੈ ਇਹਨਾਂ ਸਭ ਵਿੱਚ? ਦੇਖੋ ਭੈਣ ਜੀ, ਗੱਲ ਇਸ ਤਰ੍ਹਾਂ ਹੈ ਕਿ ਉਹਨਾਂ ਨੂੰ ਗੁਰਦੁਆਰੇ ਤੇ ਯੰਗਸਟਰਸ ਨੂੰ ਹੁਣ ਆਉਣਾ ਹੀ ਪਏਗਾ। ਜਿਸ ਅੱਜ ਜਦੋਂ ਕੌਮ ਦੀ ਹਾਲਾਤ ਅੱਜ ਤੋਂ ਵੀ ਬੁਰੇ ਸਨ, ਮਾੜੇ ਸਨ, ਉਸ ਵੇਲੇ ਵੀ ਪ੍ਰੋਫੈਸਰ ਗੁਰਮੁਖ ਸਿੰਘ ਜੀ ਤੇ ਗਿਆਨੀ ਦਿੱਤ ਸਿੰਘ ਜੀ ਅੱਗੇ ਆਏ ਸਨ
ਤੇ ਉਹਨਾਂ ਨੇ ਫਿਰ ਸੰਭਾਲਿਆ ਸੀ, ਇਸ ਸਿਚੁਏਸ਼ਨ ਨੇ ਅੱਛੀ ਤਰ੍ਹਾਂ ਸੰਭਾਲਿਆ ਸੀ। ਠੀਕ ਉਸੇ ਤਰ੍ਹਾਂ ਹੀ ਅੱਜ ਦੇ ਜੋ ਯੂਥ ਹਨ ਉਹਨਾਂ ਨੂੰ ਵੀ ਅੱਗੇ ਵਧਣ ਦੀ ਲੋੜ ਹੈ। ਇਹ ਤੇ ਇਕੱਲੇ ਬੰਦੇ ਦਾ ਕੰਮ ਨਹੀਂ ਹੈ ਕਿ ਇਕੱਲਾ ਕੋਈ ਕਰ ਸਕੇ। ਇਸ ਕਰਕੇ ਤੁਹਾਨੂੰ ਗੁਰਦੁਆਰੇ ਆ ਕੇ ਬੈਠ ਕੇ ਆਪ ਬਾਣੀ ਪੜ੍ਹਨੀ ਵਿਚਾਰਨੀ ਚਾਹੀਦੀ ਤੇ ਇੱਕ ਜਥੇਬੰਦੀ ਦੇ ਵਿੱਚ ਹੋ ਕੇ ਉਹਨਾਂ ਨੂੰ ਇਸ ਚੀਜ਼ ਦਾ ਮਤਲਬ ਕਰਨਾ ਚਾਹੀਦਾ ਸਾਹਮਣਾ ਕਿ ਕਿਸ ਤਰ੍ਹਾਂ ਇਹ ਸਭ ਚੀਜ਼ਾਂ ਹਟਾਈਆਂ ਜਾਣ। ਇਕੱਲਿਆਂ ਤੇ ਤੁਸੀਂ ਬੋਲੋ ਕਿ ਕੋਈ ਵੀ ਨਹੀਂ ਕਰ ਸਕਦਾ, ਲੇਕਿਨ ਫਿਰ ਵੀ ਸਾਰਿਆਂ ਨੇ ਮਿਲ ਕੇ ਇਕਜੁੱਟ ਹੋ ਕੇ ਗੁਰਦੁਆਰਿਆਂ ਵਿੱਚ ਆ ਕੇ ਆਪ ਬਾਣੀ ਪੜ੍ਹ ਕੇ ਬਾਣੀ ਸਮਝ ਕੇ ਤੇ ਫਿਰ ਉਸ ਤਰ੍ਹਾਂ ਅੱਗੇ ਵਧਣਾ ਚਾਹੀਦਾ ਹੈ। ਤੇ ਆਪਣੇ ਕਿਉਂਕਿ ਸਾਡੀ ਇੱਕ ਕੌਮ ਦੇ ਪ੍ਰਤੀ ਵੀ ਰਿਸਪੌਂਸਿਬਿਲਟੀ ਹੈ ਤੇ ਆਪਣੇ ਪਰਿਵਾਰ ਵਿੱਚ ਵੀ ਸਾਡੇ ਰਿਸਪੌਂਸਿਬਿਲਟੀਜ਼ ਨੇ। ਹਰ ਤਰ੍ਹਾਂ ਦੀ ਸਾਡੀ ਰਿਸਪੌਂਸਿਬਿਲਟੀਜ਼, ਤੁਸੀਂ ਕਿਹਾ ਸੋਸ਼ਲ ਲਾਈਫ ਹੈ ਤੇ ਹਰ ਪਾਸੇ ਸਾਨੂੰ ਪੂਰਾ ਹੋਣਾ ਚਾਹੀਦਾ ਹੈ ਕਿ ਅਸੀਂ ਖਾਲੀ ਆਪਣੇ ਪਰਸਨਲ ਲਾਈਫ ਵਿੱਚ ਹੀ ਬਿਜ਼ੀ ਰਹਿੰਦੇ ਹਾਂ ਤੇ ਆਪਣੇ ਕੌਮ ਵਾਸਤੇ ਅਸੀਂ ਕੁਝ ਵੀ ਨਹੀਂ ਕਰ ਰਹੇ ਤੇ ਉਹ ਵੀ ਠੀਕ ਨਹੀਂ ਹੈ। ਹਾਂਜੀ, ਕਰਕੇ ਨੁਕਤਾ ਹੈ ਨਾ, ਗੁਰ ਪੂਰਾ ਜਿਨ ਸਿਮਰਿਆ ਸਹੀ ਪਈ ਨੇ ਹਾਲ। ਉਸ ਪੂਰੇ ਗੁਰੂ ਨਾਲ ਜਦੋਂ ਜੁੜ ਗਿਆ ਉਹਦਾ ਆਪਣਾ ਜੀਵਨ ਬੜਾ ਸੋਹਣਾ ਹੋ ਜਾਏਗਾ। ਹੁਣ ਲੋੜ ਹੈ ਸਾਡਾ ਦੁਖਾਂਤ ਪਤਾ ਕੀ ਹੈ, ਅੱਜ ਦਾ ਯੂਥ ਪੜ੍ਹਦਾ ਨਹੀਂ ਪਿਆ। ਜਿੱਧਰ ਪਹਿਲੀ ਲੋੜ ਹੈ ਕਿ ਦੁਨਿਆਵੀ ਤੌਰ ਤੇ ਅੱਤ ਦੀ ਪੜ੍ਹਾਈ ਕਰੇ, ਵੱਡੇ ਤੋਂ ਵੱਡਾ ਡਾਕਟਰ, ਵੱਡੇ ਤੋਂ ਵੱਡਾ ਇੰਜੀਨੀਅਰ, ਵੱਡੇ ਤੋਂ ਵੱਡਾ IAS ਆਫੀਸਰ ਪੈਦਾ ਹੋਏ। ਪਰ ਇੱਕ ਡਾਕਟਰ ਹੀ ਹੈ ਜੋ ਕਿਡਨੀਆਂ ਵੀ ਵੇਚਦਾ ਹੈ। ਪਰ ਜੇ ਇੱਕ ਸਿੱਖ ਡਾਕਟਰ ਹੋਏਗਾ ਉਹ ਮਾਨਵਤਾ ਦਾ ਦਰਦ ਸਮਝੇਗਾ। ਜੋ ਅਸੀਂ ਆਰੰਭ ਕੀਤਾ ਸੀ, ਗੁਰਦੁਆਰਾ ਮਨੁੱਖ ਨੂੰ ਮਨੁੱਖਤਾ ਸਿਖਾਉਂਦਾ ਹੈ। ਜੇ ਉਸ ਮਨੁੱਖ ਨੂੰ, ਇਸ ਨੌਜਵਾਨ ਨੂੰ ਇੱਕ ਚੰਗੀ ਜ਼ਿੰਦਗੀ ਜੀਣੀ ਹੈ, ਦੂਜੇ ਪਾਸੇ ਇੱਕ ਬੰਨੇ ਕਹਿੰਦੇ ਅਸੀਂ ਕਹਿੰਦੇ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਣੇ 4 ਸਾਹਿਬਜ਼ਾਦੇ ਵਾਰਤੇ, ਇੰਨਾ ਕੁਛ ਕੌਮ ਨੇ ਕੀਤਾ, ਕਿ ਅੱਜ ਇੱਕ ਕੌਮ ਦੇ ਨੌਜਵਾਨ ਦੀ ਕੋਈ ਜ਼ਿੰਮੇਵਾਰੀ ਨਹੀਂ। ਜਿੱਧਰ ਉਹਨੂੰ ਆਪਣੀ ਜ਼ਿੰਦਗੀ ਸਵਾਰਨੀ ਹੈ ਉਧਰ ਕੌਮ ਦੇ ਪ੍ਰਤੀ ਉਹਦੇ ਫਰਜ਼ ਨੇ। ਤੇ ਜੇ ਇੱਕ ਨੌਜਵਾਨ ਦੇ ਤੁਸੀਂ ਕਿਹਾ ਕਿ ਇੰਨੇ ਕਰਮ ਕਾਂਡ ਨੇ, ਇੱਕ ਨੌਜਵਾਨ ਕਨਫਿਊਜ਼ ਹੈ, ਗੱਲ ਬਿਲਕੁਲ ਠੀਕ ਹੈ। ਪਰ ਜੇ ਉਹ ਨੌਜਵਾਨ ਆਪ ਪੜ੍ਹੇਗਾ ਤੇ ਉਹ ਸੱਚ ਦੇ ਝੂਠ ਨੂੰ ਪਰਖ ਲਏਗਾ, ਉਹ ਦੁੱਧ ਤੇ ਪਾਣੀ ਨੂੰ ਅਲੱਗ ਕਰ ਦੇਗਾ। ਇਸ ਲਈ ਭਾਈ ਗੁਰਦਾਸ ਕਹਿੰਦੇ ਨੇ, ਮਾਨਸਰ ਹੰਸ ਸਾਧ ਸੰਗਤ ਪਰਮ ਹੰਸ, ਧਰਮ ਤੁਜਾ ਧਰਮਸ਼ਾਲਾ ਚਲਾਵਈ। ਉਹ ਦੁੱਧ ਤੇ ਪਾਣੀ ਨੂੰ ਅਲੱਗ ਕਰ ਲਏਗਾ। ਜਦੋਂ ਦੁੱਧ ਤੇ ਪਾਣੀ ਨੂੰ ਅਲੱਗ ਕੀਤਾ ਤੇ ਜੇ ਨੌਜਵਾਨ ਜਥੇਬੰਦ ਹੋਇਆ ਤੇ ਫਿਰ ਗੁਰਦੁਆਰਿਆਂ ਦੇ ਵਿੱਚ ਫਿਰ ਇੱਕ ਗੁਰਮਤ ਦਾ ਪ੍ਰਚਾਰ ਹੋਏਗਾ ਤੇ ਉਹ ਕਰਮ ਕਾਂਡਾਂ ਨੂੰ ਬੰਦ ਕਰਨ ਵਿੱਚ ਫਿਰ ਉਹਨਾਂ ਨੌਜਵਾਨਾਂ ਵਿੱਚੋਂ ਹੀ, ਅੱਜ ਪੰਜਾਬ ਦੇ ਨੌਜਵਾਨਾਂ ਵਿੱਚੋਂ ਹੀ ਪ੍ਰੋਫੈਸਰ ਗੁਰਮੁਖ ਸਿੰਘ ਉੱਠਣਗੇ। ਜੋ ਅੱਜ ਅਸੀਂ ਰੋਂਦੇ ਪਏ ਹਾਂ ਕਿ ਉਧਰ ਨਸ਼ਿਆਂ ਦੀ ਪ੍ਰੋਬਲਮ ਹੈ, ਪਤਿਤ ਪੁਣੇ ਦੀ ਪ੍ਰੋਬਲਮ ਹੈ, ਉਹਨਾਂ ਨੌਜਵਾਨਾਂ ਵਿੱਚੋਂ ਹੀ ਗਿਆਨੀ ਜੱਟ ਸਿੰਘ ਉੱਠਣਗੇ। ਪਰ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਸਾਂਭਣੀ ਹੈ, ਕਿਉਂਕਿ ਉਹਨਾਂ ਦਾ ਫਰਜ਼ ਆਪਣੇ ਪ੍ਰਤੀ, ਆਪਣੇ ਜੀਵਨ ਪ੍ਰਤੀ ਹੈ, ਉਹਨਾਂ ਦਾ ਫਰਜ਼ ਉਹਨਾਂ ਦੇ ਪਰਿਵਾਰ ਪ੍ਰਤੀ ਹੈ ਤੇ ਨਾਲ ਨਾਲ ਉਹਨਾਂ ਦਾ ਫਰਜ਼ ਇਸ ਕੌਮ ਪ੍ਰਤੀ ਵੀ ਹੈ। ਇਸ ਲਈ ਉੱਠਣਾ ਪਏਗਾ। ਪਰ ਕੰਮ ਔਖੇ ਨਹੀਂ ਨੇ, ਕੰਮ ਔਖੇ ਨਹੀਂ ਨੇ। ਆਪ ਥੋੜੀ ਮਿਹਨਤ ਕਰੀਏ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਡੇ ਲਈ, ਆਪ ਪੜ੍ਹਨੀ ਸ਼ੁਰੂ ਕਰੀਏ, ਆਪ ਸਮਝਣੀ ਸ਼ੁਰੂ ਕਰੀਏ। ਗਿਣਤੀਆਂ ਵਿੱਚ ਨਾ ਹੋਣ, ਜੇ ਇੱਕ ਇੱਕ ਸ਼ਬਦ ਪੜ੍ਹ ਕੇ ਉਹਦਾ ਅਰਥ ਪੜ੍ਹ ਕੇ ਜਾਈਏ ਤਾਂ ਸਾਨੂੰ ਸਮਝ ਆ ਜਾਏਗਾ ਕਿ ਸੱਚ ਕੀ ਹੈ ਤੇ ਝੂਠ। ਫਿਰ ਨੌਜਵਾਨ ਆਪ ਇੰਨਾ ਇੰਟਰਸਟ ਹੋਏਗਾ। ਅੱਜ ਲੋੜ ਹੈ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਕੀਤੀਆਂ ਜਾਣ, ਬੱਚਿਆਂ ਵਾਸਤੇ ਸਕਿੱਡ ਕਰਾਏ ਜਾਣ। ਜਦੋਂ ਇਹ ਚੀਜ਼ਾਂ ਹੋਣਗੀਆਂ ਬੱਚੇ ਆਪ ਗੁਰਦੁਆਰੇ ਆਉਣਗੇ, ਨੌਜਵਾਨ ਪੀੜ੍ਹੀ ਆਪ ਗੁਰਦੁਆਰੇ ਆਏਗੀ। ਜਦੋਂ ਉਹ ਵਾਪਸ ਆਏਗੀ ਉਹਨੂੰ ਸੱਚ ਤੇ ਝੂਠ ਦਾ ਪਤਾ ਲੱਗੇਗਾ। ਉਹ ਆਪ ਲੱਗੇਗਾ ਕਿ ਮੇਰੀ ਜ਼ਿੰਦਗੀ ਇੰਨੀ ਅੱਛੀ ਹੋ ਰਹੀ ਹੈ, ਮੇਰੀ ਇੱਕ ਸੈਲਫ ਇੰਪਰੂਵਮੈਂਟ ਹੋ ਰਹੀ ਹੈ। ਜਦੋਂ ਕਿਸੇ ਨੂੰ ਆਪਣਾ ਫਾਇਦਾ ਹੋਏ ਨਾ, ਕਦੀ ਜ਼ਰੂਰ ਨਹੀਂ ਜਾਂਦਾ। ਬਸ ਲੋੜ ਹੈ ਇਹਨਾਂ ਚੀਜ਼ਾਂ ਵੱਲ ਧਿਆਨ ਦੇਣ ਦੀ। ਬਿਲਕੁਲ। ਇੱਕ ਸਵਾਲ ਹੈ ਜੋ ਮੇਰੇ ਦਿਲ ਦੇ ਕਾਫੀ ਕਰੀਬ ਹੈਗਾ। ਸਿੱਖੀ 'ਚ ਅਸੀਂ ਅਗਰ ਦੇਖੀਏ ਤੇ ਇੱਕ ਇਸਤਰੀ ਹੋਰ ਪੁਰਸ਼ ਨੂੰ ਇਕੁਅਲ ਦਰਜਾ ਦਿੱਤਾ ਹੈ, ਬਰਾਬਰ ਦਾ ਦਰਜਾ ਦਿੱਤਾ ਗਿਆ ਹੈ। ਤੇ ਤੁਸੀਂ ਹੁਣੇ ਮਹਾਨ ਕੋਸ਼ 'ਚੋਂ ਵੀ ਜੋ ਦਲੀਲ ਦਿੱਤੀ ਸੀ ਪਿਛਲੇ ਐਪੀਸੋਡ ਵਿੱਚ, ਉਸ ਵਿੱਚ ਵੀ ਤੁਸੀਂ ਇਹ ਕਿਹਾ ਸੀ ਕਿ ਇਸਤਰੀ ਹੋਰ ਪੁਰਸ਼ ਦਾ ਦਰਜਾ ਇੱਕੋ ਹੈ। ਤੇ ਲੇਕਿਨ ਅਸੀਂ ਅਗਰ ਦੇਖੀਏ ਸਾਡੇ ਗੁਰਦੁਆਰੇ ਦੇ ਪ੍ਰਬੰਧਕਾਂ ਵਿੱਚੋਂ ਕਿੰਨੀਆਂ ਕੁ ਔਰਤਾਂ ਨੇ, ਜਾਂ ਫਿਰ ਅਸੀਂ ਆਪਣੇ ਧਰਮ ਪ੍ਰਚਾਰਕ ਦੇਖ ਲਈਏ ਕਿੰਨੀਆਂ ਭੈਣਾਂ ਨੇ। ਤੇ ਇਸ ਤਰ੍ਹਾਂ ਦਾ ਕਿਉਂ ਇਸ ਤਰ੍ਹਾਂ ਦਾ ਵਾਪਰ ਰਿਹਾ ਹੈ? ਪੰਜਾਬ ਵਿੱਚ ਵੀ ਅਗਰ ਦੇਖ ਲਈਏ ਤੇ ਸੈਕਸ ਰੇਸ਼ੀਓ ਬਹੁਤ ਹੀ ਮਾੜਾ ਹੈ। ਇਸ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਇਹ ਗੱਲ ਤਾਂ ਤੁਹਾਡੀ ਇੱਕਦਮ ਸਹੀ ਹੈ ਕਿ ਡਿਸਕ੍ਰਿਮੀਨੇਸ਼ਨ ਹੋ ਰਿਹਾ ਹੈ ਔਰ ਪਹਿਲੇ ਤੋਂ ਵੀ ਹੁੰਦਾ ਆ ਰਿਹਾ। ਲੇਕਿਨ ਇਸ ਬਾਰੇ ਵੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਵਾਜ਼ ਉਠਾਈ ਸੀ ਕਿ ਉਹਨਾਂ ਨੇ ਸਤੀ ਪ੍ਰਥਾ ਨੂੰ ਰੋਕਣ ਦੇ ਵਾਸਤੇ ਕੀਤਾ ਸੀ। ਸਤੀ ਪ੍ਰਥਾ ਤੁਹਾਨੂੰ ਪਤਾ ਹੈ ਕਿ ਜਦੋਂ ਕੋਈ ਆਦਮੀ ਮਰ ਜਾਂਦਾ ਸੀ ਤੇ ਇਸਤਰੀ ਨੂੰ ਜਿੰਦਾ ਉਹਦੇ 'ਚ ਮਤਲਬ ਸਾੜ ਦਿੱਤਾ ਜਾਂਦਾ ਸੀ। ਮਗਰ ਇਹਦਾ ਕਦੀ ਇਸ ਤਰ੍ਹਾਂ ਵੀ ਸੁਣਿਆ ਕਿ ਅੱਜ ਇੱਕ ਆਦਮੀ ਦੀ ਡੈਥ ਹੋ ਗਈ ਹੈ, ਮਤਲਬ ਇੱਕ ਔਰਤ ਦੀ ਡੈਥ ਹੋ ਗਈ ਤੇ ਉਸਦੇ ਆਦਮੀ ਨੂੰ ਅੱਗ 'ਚ ਪਾ ਕੇ ਸਾੜ ਦਿੱਤਾ ਜਾਵੇ? ਇਸ ਤਰ੍ਹਾਂ ਤਾਂ ਕਦੇ ਨਹੀਂ ਸੁਣਿਆ। ਤੇ ਪਹਿਲੇ ਤੋਂ ਹੀ ਇਹ ਸਭ ਚੀਜ਼ਾਂ ਹੁੰਦੀਆਂ ਆ ਰਹੀਆਂ ਇਸਤਰੀ ਨਾਲ, ਇਸ ਤਰ੍ਹਾਂ ਦਾ ਹੁੰਦਾ ਜਾ ਰਿਹਾ। ਲੇਕਿਨ ਇਸ 'ਚ ਤੁਸੀਂ ਇਹ ਨਾ ਸੋਚੋ ਕਿ ਮਤਲਬ ਗੁਰੂ ਘਰ ਨੇ ਕਾਫੀ ਇਸ 'ਚ ਹੱਥ ਦਿੱਤਾ। ਜਿਸ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਸਤੀ ਪ੍ਰਥਾ ਬੰਦ ਕੀਤੀ ਹੈ, ਹੋਰ ਵੀ ਵਿਡੋ ਰੀਮੈਰਿਜ ਸੀ ਉਹ ਵੀ ਉਹਨਾਂ ਨੇ ਸ਼ੁਰੂ ਕਰਵਾਈ ਹੈ ਕਿ ਜਿਹੜੀਆਂ ਵਿਡੋ ਰੀਮੈਰਿਜ ਮਤਲਬ ਯੰਗ ਏਜ 'ਚ ਇਸਤਰੀਆਂ ਦਾ ਵਿਧਵਾ ਹੋ ਜਾਂਦੀਆਂ ਤੇ ਉਹਨਾਂ ਦਾ ਵਾਪਸ ਵਿਆਹ ਹੋ ਸਕਦਾ ਹੈ। ਇਹ ਵੀ ਪ੍ਰਥਾ ਸ਼ੁਰੂ ਕੀਤੀ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕਿ
ਇਸਤਰੀਆਂ ਨੂੰ ਥੋੜਾ ਉੱਪਰ ਉਠਾਇਆ ਜਾਵੇ। ਲੇਕਿਨ ਅੱਜ ਦੇ ਸਾਡੇ ਹਾਲਾਤ ਕੀ ਨੇ? ਅੱਜ ਅਸੀਂ ਕਿੱਥੇ ਖੜੇ ਹਾਂ? ਮੈਨੂੰ ਇੰਜ ਜਾਪਦਾ ਹੈ ਕਿ ਜੋ ਅੱਜ ਤੁਸੀਂ ਐਗਜ਼ਾਮਪਲ ਦਿੱਤਾ ਕਿ ਪੰਜਾਬ ਦੀ ਸੈਕਸ ਰੇਸ਼ੋ ਐਡਵਰਸ ਹੈ, ਜੋ ਹੋਰ ਅਨੇਕ ਪਰੇਸ਼ਾਨੀਆਂ ਤੁਸੀਂ ਅੰਕਿਤ ਕੀਤੀਆਂ, ਤੇ ਹੁਣ ਇੱਕ ਬੜਾ ਗੌਰਵਮਈ ਇਤਿਹਾਸ ਦੱਸਿਆ ਜੋ ਗੁਰੂ ਨਾਨਕ ਦੇ ਘਰ ਨੇ ਇੱਕ ਬਰਾਬਰਤਾ ਦੀ ਗੱਲ ਕਹੀ। ਉਸ ਤੋਂ ਪਹਿਲੇ ਵੀ ਕਿਧਰ ਨਾ ਕਿਧਰ ਜੇ ਬਰਾਬਰਤਾ ਦੀ ਗੱਲ ਕੀਤੀ ਜਾਏ ਉਹ ਇੱਕ ਕੇਵਲ ਇੱਕ ਨਿਸ਼ਾਨੇ ਮਾਤਰ ਸੀ, ਪਰ ਗੁਰੂ ਨਾਨਕ ਇੱਕ ਪਹਿਲੇ ਇਹੋ ਜਿਹੇ ਗੁਰੂ ਨੇ ਜਿਹਦੀ ਪਹਿਲੀ ਸਿੱਖ ਬੇਬੇ ਨਾਨਕੀ ਇੱਕ ਔਰਤ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਸਤੀ ਪ੍ਰਥਾ ਖਤਮ ਕਰਦੇ ਨੇ, ਵਿਡੋ ਰੀ ਮੈਰਿਜ ਕਰਾਉਂਦੇ ਨੇ, ਹੋਰ ਅਨੇਕ ਕੰਮ ਕਰਦੇ ਨੇ, ਪਰ ਜੋ ਅੱਜ ਦੁਖਾਂਤ ਨੇ ਤੁਸੀਂ ਕਹਿ ਰਹੇ ਹੋ ਇਹਦੇ ਸੋਲੂਸ਼ਨ ਕੀ ਨੇ? ਡਿਸਕਸ਼ਨ ਆਫ ਪ੍ਰੋਬਲਮ ਇਜ਼ ਨਾਟ ਅ ਸੋਲੂਸ਼ਨ। ਡਿਸਕਸ਼ਨ ਆਫ ਪ੍ਰੋਬਲਮ ਕੈਨ ਲੀਡ ਟੂ ਅ ਸੋਲੂਸ਼ਨ। ਜੋ ਪ੍ਰੋਬਲਮ ਅੱਜ ਪੰਜਾਬ ਦੇ ਵਿੱਚ ਜੋ ਇੱਕ ਐਡਵਰਸ ਸੈਕਸ ਰੇਸ਼ੋ ਹੈ ਉਹਦਾ ਸਿੱਧਾ ਜ਼ਿੰਮੇਵਾਰ ਦਾਜ ਦੀ ਪ੍ਰਥਾ ਹੈ। ਜੋ ਅੱਜ ਅਸੀਂ ਵਿਚਾਰ ਰਹੇ ਹਾਂ ਕਿ ਸਤੀ ਪ੍ਰਥਾ ਉਸ ਵੇਲੇ ਇੰਨਾ ਕੁਛ ਹੋਇਆ ਤੇ ਗੁਰੂ ਸਾਹਿਬ ਨੇ ਇੰਨਾ ਯੋਗਦਾਨ ਕੀਤਾ, ਅੱਜ ਗੁਰਦੁਆਰੇ ਦੇ ਪ੍ਰਬੰਧਕੀ ਢਾਂਚੇ ਵਿੱਚ ਨਹੀਂ ਨੇ, ਪ੍ਰਚਾਰਕੀ ਸਿਸਟਮ ਵਿੱਚ ਨਹੀਂ ਨੇ, ਉਧਰ ਕਿਧਰ ਨਾ ਕਿਧਰ ਸਾਡੇ ਆਗੂ ਫਿਰ ਜ਼ਿੰਮੇਵਾਰ ਨੇ। ਤੇ ਫਿਰ ਅਗੇਨ ਮੈਂ ਫਿਰ ਰਿਪੀਟ ਕਰਾਂ, ਕੂੜ ਰਾਜਾ ਕੂੜ ਪਰਜਾ, ਅਸੀਂ ਵੀ ਜ਼ਿੰਮੇਵਾਰ ਹਾਂ। ਇੱਕ ਔਰਤ ਦੇ ਕੋਲ ਇਹ ਹੱਕ ਹੈ ਉਹ ਤਾਬਿਆਂ ਬੈਠ ਕੇ ਪਾਠ ਕਰੇ, ਹੱਕ ਹੈ ਹਰ ਥਾਂ ਹਰ ਗੁਰਦੁਆਰੇ ਹਰ ਤਖਤ ਤੇ ਕੀਰਤਨ ਕਰਨ ਤੇ ਕਥਾ ਕਰਨ ਦਾ। ਅੰਮ੍ਰਿਤ ਸੰਸਕਾਰ ਵਿੱਚ ਹੁਣ ਅੰਮ੍ਰਿਤ ਸੰਸਕਾਰ ਵਿੱਚ ਵੀ ਹੱਕ ਹੈ, ਪੰਜ ਪਿਆਰਿਆਂ ਵਿੱਚੋਂ ਵੀ ਇੱਕ ਔਰਤ ਹੋ ਸਕਦੀ ਹੈ। ਇਸ ਲਈ ਜਾਗਣਾ ਸਾਨੂੰ ਆਪ ਪਏਗਾ। ਪ੍ਰੋਬਲਮਸ ਹਨ, ਜਿੱਧਰ ਦਾਜ ਪ੍ਰਥਾ ਹੈ ਉਸ ਲਈ ਜਾਗਣਾ ਪਏਗਾ ਕੌਮ ਦੇ ਨੌਜਵਾਨ ਵੀਰਾਂ ਨੂੰ। ਮਾਵਾਂ ਜੇ ਉਹ ਕਹਿ ਦੇਣ, ਇੱਕ ਮਾਂ ਕਹਿ ਦੇ ਪੁੱਤ ਜਦ ਤੇਰਾ ਵਿਆਹ ਹੋਣਾ ਮੈਂ ਨਹੀਂ ਚਾਹੁੰਦੀ ਮੇਰੇ ਹੱਥ ਦੇ ਵਿੱਚ ਕੋਈ ਮੁੰਦਰੀ ਪਾਏ, ਕਿ ਦਾਜ ਪ੍ਰਥਾ ਰਹੇਗੀ? ਜੇ ਇੱਕ ਲੜਕਾ ਖੜਾ ਹੋ ਕੇ ਆਵਾਜ਼ ਚੁੱਕ ਦੇ ਮੈਂ ਚਾਹੁੰਦਾ ਮੇਰਾ ਆਨੰਦ ਕਾਰਜ ਹੋਏ ਤੇ ਉਹਦੇ ਵਿੱਚ ਦਾਜ ਦੀਆਂ ਰਸਮਾਂ ਹੋਣ, ਹੋ ਹੀ ਨਹੀਂ ਸਕਦੀਆਂ। ਜਦੋਂ ਇਹ ਚੀਜ਼ਾਂ ਹੋਣਗੀਆਂ ਤੇ ਸੈਕਸ ਰੇਸ਼ੋ ਆਪੇ ਸੁਧਰੇਗਾ। ਜਦੋਂ ਅਸੀਂ ਆਪ ਜਾਗਾਂਗੇ ਤੇ ਉਹਦੇ ਚਲਦੇ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਬਾਹਰ ਵੀ ਪ੍ਰਚਾਰਕ ਉੱਠਣਗੇ, ਪ੍ਰਬੰਧਕ ਉੱਠਣਗੇ, ਪਰ ਕਿਧਰ ਨਾ ਕਿਧਰ ਡਿਸਕਸ਼ਨ ਆਫ ਪ੍ਰੋਬਲਮ ਇਜ਼ ਨਾਟ ਅ ਸੋਲੂਸ਼ਨ। ਕਿਧਰ ਨਾ ਕਿਧਰ ਸਿੱਖ ਬੀਬੀਆਂ ਨੂੰ ਆਪ ਅੱਗੇ ਆਉਣਾ ਪਏਗਾ, ਆਪ ਜਥੇਬੰਦ ਹੋਣਾ ਪਏਗਾ ਤੇ ਅੱਗੇ ਆਉਣਾ ਪਏਗਾ। ਬਾਣੀ 'ਚ ਪੰਕਤੀ ਵੀ ਆਉਂਦੀ ਨਾ, ਹਰ ਪ੍ਰਭ ਮੇਰੇ ਬਾਬੂਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜੋ ਹਰ ਸ਼ੋਭਾ ਦੇਵੋ, ਜਿਤ ਸਵਰੈ ਮੇਰਾ ਕਾਜੋ। ਜਦੋਂ ਇਹਨਾਂ ਨੁਕਤਿਆਂ ਵੱਲ ਧਿਆਨ ਦਾਂਗੇ ਫਿਰ ਜ਼ਰੂਰ ਫਿਰ ਉਹ ਬਰਾਬਰਤਾ ਹੋਗੀ, ਕਿਉਂਕਿ ਗੁਰੂ ਨਾਨਕ ਦੀ ਪਹਿਲੀ ਸਿੱਖ ਹੀ ਬੇਬੇ ਨਾਨਕੀ ਹੈ। ਅੱਜ ਦਾ ਸਾਡਾ ਐਪੀਸੋਡ ਇੱਥੇ ਹੀ ਸਮਾਪਤ ਹੁੰਦਾ ਹੈ। ਅਸੀਂ ਧੰਨਵਾਦ ਕਰਨਾ ਚਾਹਾਂਗੇ ਵੀਰ ਜਸਮੀਤ ਸਿੰਘ ਜੀ ਅਤੇ ਕੁਲਵਿੰਦਰ ਕੌਰ ਭੈਣ ਜੀ ਦਾ, ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰ ਸਾਂਝੇ ਕੀਤੇ। ਅਸੀਂ ਇਹਨਾਂ ਦੋਨਾਂ ਐਪੀਸੋਡਸ ਵਿੱਚ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਗੁਰਦੁਆਰਾ ਕੀ ਹੈ, ਗੁਰਦੁਆਰੇ ਦੇ ਮੂਲ ਸਿਧਾਂਤ ਕੀ ਹੈਗੇ ਨੇ ਤੇ ਸਾਨੂੰ ਗੁਰਦੁਆਰੇ ਕਿਉਂ ਜਾਣਾ ਚਾਹੀਦਾ ਹੈ। ਨਾਲ ਹੀ ਨਾਲ ਅਸੀਂ ਇਹ ਵੀ ਚਰਚਾ ਕੀਤੀ ਕਿ ਅੱਜ ਗੁਰਦੁਆਰੇ 'ਚ ਕਿਹੜੇ-ਕਿਹੜੇ ਕਰਮਕਾਂਡ ਹੋ ਰਹੇ ਨੇ ਤੇ ਸਾਡੀ ਕੌਮ ਕਿਹੜੇ ਹਾਲਾਤਾਂ ਤੋਂ ਗੁਜ਼ਰ ਰਹੀ ਹੈ ਤੇ ਉਹਨਾਂ ਤੋਂ ਬਾਹਰ ਨਿਕਲਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ। ਆਸ਼ਾ ਕਰਨੇ ਆ ਤੁਹਾਨੂੰ ਸਾਡਾ ਐਪੀਸੋਡ ਪਸੰਦ ਆਇਆ ਹੋਵੇਗਾ ਤੇ ਹੋਈਆਂ ਵਿਚਾਰਾਂ ਨੂੰ ਤੁਸੀਂ ਆਪਣੇ ਜੀਵਨ ਵਿੱਚ ਵਸਾਉਣ ਦੀ ਕੋਸ਼ਿਸ਼ ਕਰੋਗੇ ਤੇ ਆਪਣੀ ਕੌਮ ਦੇ ਪ੍ਰਤੀ ਜਾਗਰੂਕ ਹੋਵੋਗੇ। ਤੁਸੀਂ ਆਪਣੇ ਸੁਝਾਅ ਥੱਲੇ ਦਿੱਤੇ ਹੋਏ ਈਮੇਲ ਐਡਰੈਸ ਤੇ ਭੇਜ ਸਕਦੇ ਹੋ। ਅਗਲੇ ਹਫਤੇ ਫਿਰ ਮਿਲਾਂਗੇ ਇੱਕ ਨਵਾਂ ਵਿਸ਼ਾ ਲੈ ਕੇ। ਤਾਂ ਤੱਕ ਲਈ ਇਜਾਜ਼ਤ ਬਖਸ਼ੋ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।